ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਆ ਜੋ ਸਾਨੂੰ ਮਾੜੇ ਵਕਤ ਦੇ ਲਈ ਪ੍ਰੋਟੈਕਟ ਕਰਦੀ ਆ। ਜਦੋਂ ਕੋਈ ਸਾਡੇ ਤੇ ਮਾੜਾ ਵਕਤ ਆ ਜਾਂਦਾ, ਸਾਡੀ ਫੈਮਿਲੀ ਤੇ, ਸਾਡੇ ਬੱਚਿਆਂ ਤੇ, ਤਾਂ ਇੰਸ਼ੋਰੈਂਸ ਕੰਪਨੀਆਂ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਸਪੋਰਟ ਕਰਕੇ ਸਾਨੂੰ ਉਸ ਮਾੜੇ ਦੌਰ ਦੇ ਵਿੱਚੋਂ ਕੱਢ ਲੈਂਦੀਆਂ ਨੇ। ਸੋ ਇੰਸ਼ੋਰੈਂਸ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ, ਕਿਹੜੀਆਂ ਇੰਸ਼ੋਰੈਂਸਾਂ ਸਾਨੂੰ ਇੱਥੇ ਰਹਿ ਕੇ ਲੈਣੀਆਂ ਚਾਹੀਦੀਆਂ ਨੇ। ਸੋ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ ਪੰਜਾਬ ਇੰਸ਼ੋਰੈਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਓਟਵਾ ਤੋਂ। ਸੋ ਸਭ ਤੋਂ ਪਹਿਲਾਂ ਤਾਂ ਇੰਦਰਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਲਗਭਗ ਹਰ ਇੱਕ ਚੀਜ਼ ਤੇ ਇੰਸ਼ੋਰੈਂਸ ਆ। ਹੋਮ ਇੰਸ਼ੋਰੈਂਸ ਹੋ ਗਈ, ਆਟੋ ਇੰਸ਼ੋਰੈਂਸ ਹੋ ਗਈ, ਮੌਰਗੇਜ ਇੰਸ਼ੋਰੈਂਸ ਹੋ ਗਈ, ਤਾਂ ਸਾਡੇ ਤੇ ਆਪਣੇ ਤੇ ਆਪਦੇ ਤੇ ਇੰਸ਼ੋਰੈਂਸ ਹੋ ਗਈ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜੇਕਰ ਅਸੀਂ ਆਲਤੂ ਫਾਲਤੂ ਖਰਚੇ ਇੱਕ ਮਹੀਨੇ ਦੇ ਘਟਾ ਕੇ ਅਗਰ $200-250 ਇੱਧਰ ਇਨਵੈਸਟ ਕਰਦੇ ਇਹਨਾਂ ਚੀਜ਼ਾਂ ਦੇ ਵੱਲ, ਤਾਂ ਅਸੀਂ ਆਪਣਾ ਜਿਹੜਾ ਫਿਊਚਰ ਆ ਉਹ ਸੇਫ ਕਰ ਲੈਂਦੇ ਆ। ਸੋ ਗੱਲਾਂ ਬਾਤਾਂ ਕਰਾਂਗੇ ਅੱਜ। ਸੋ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਬਾਰੇ ਦੱਸੋ ਕਿ ਪੰਜਾਬ ਤੋਂ ਕਿੱਥੋਂ, ਕਿਉਂਕਿ ਜਿਹੜੇ ਲੋਕਾਂ ਨੇ ਤੁਹਾਡੇ ਤੋਂ ਇੰਸ਼ੋਰੈਂਸ ਲੈਣੀ ਆ, ਕੋਈ ਨਵੇਂ ਪਲਾਨ ਲੈਣੇ ਨੇ, ਤਾਂ ਪਤਾ ਹੋਣਾ ਚਾਹੀਦਾ ਕਿ ਇੰਦਰਜੀਤ ਜੀ ਪੰਜਾਬ ਤੋਂ ਇੱਥੇ ਨੇ ਤੇ ਇੰਨੇ ਟਾਈਮ ਤੋਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ। ਹਾਂਜੀ। ਸਭ ਤੋਂ ਪਹਿਲਾਂ ਅਗੇਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸੋ ਮਚ ਅਵਤਾਰ ਜੀ, ਤੁਸੀਂ ਮੈਨੂੰ ਅੱਜ ਇੱਥੇ ਬੁਲਾਇਆ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕਰਾਂਗੇ। ਮੈਂ ਪੰਜਾਬ ਤੋਂ ਹੈਗੀ ਹਾਂ, ਜਲੰਧਰ ਤੋਂ। ਮੈਂ ਕੈਨੇਡਾ ਆਈ ਸੀ ਐਜ਼ ਇੰਟਰਨੈਸ਼ਨਲ ਸਟੂਡੈਂਟ 2010 'ਚ, ਤੇ ਆਪਣੀ ਸਟੱਡੀ ਡਨ ਕਰਨ ਤੋਂ ਬਾਅਦ ਮੈਂ ਕਾਫੀ ਪ੍ਰੋਵਿੰਸਸ 'ਚ ਮੂਵ ਹੋਈ ਹਾਂ ਇਮੀਗ੍ਰੇਸ਼ਨ ਲਈ। ਬਟ ਓਟਵਾ ਹੀ ਆਈ ਸੀ ਪਹਿਲਾਂ, ਐਲਗੋਨਕਨ ਕਾਲਜ, ਤੇ ਇੱਥੇ ਸਟੱਡੀ ਵਗੈਰਾ ਕੀਤੀ ਹੈ। ਐਂਡ ਦੈਨ ਫਿਰ ਵਿਨੀਪੈਗ ਰਹੇ ਆ, ਉੱਥੇ ਇਮੀਗ੍ਰੇਸ਼ਨ ਹੋਈ, ਮੈਰਿਜ ਵੀ ਹੋਈ। ਐਂਡ ਦੈਨ ਫਿਰ ਐਡਮਿੰਟਨ ਮੂਵ ਹੋਏ। ਐਂਡ ਐਡਮਿੰਟਨ ਦੇ ਵਿੱਚ ਮੈਂ ਪੰਜਾਬ ਇੰਸ਼ੋਰੈਂਸ ਦੇ ਕੰਟੈਕਟ 'ਚ ਆਈ। ਮੈਂ ਉਦੋਂ ਹਸਪਿਟੈਲਿਟੀ 'ਚ ਕੰਮ ਕਰ ਰਹੀ ਸੀ ਤੇ ਮੈਂ ਆਪਣੇ ਮਦਰ ਇਨ ਲਾਅ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ ਸੀ। ਸੋ ਮੈਂ ਉੱਧਰਲੇ ਜਿਹੜੇ ਸਾਡੇ ਹੈਗੇ ਆ ਮਿਸਟਰ ਜਸਜੀਤ ਬਾਵਾ ਜੀ, ਬ੍ਰਾਂਚ ਮੈਨੇਜਰ ਐਡਮਿੰਟਨ ਆਫਿਸ ਦੇ, ਉਹਨਾਂ ਦੇ ਥਰੂ ਮੈਂ ਪੰਜਾਬ ਇੰਸ਼ੋਰੈਂਸ ਦੇ ਵਿੱਚ ਆਈ। ਵੀ ਕਨੈਕਟਡ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਨਵਿੰਸ ਕੀਤਾ ਕਿ ਤੁਹਾਨੂੰ ਇੰਸ਼ੋਰੈਂਸ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਅੰਦਰ ਸੇਲਸ ਤੇ ਕਨਵਿੰਸਿੰਗ ਪਾਵਰ ਹੈਗੀ ਹੈ। ਸੋ ਮੈਂ ਕਿਹਾ ਵਾਈ ਨਾਟ, ਕਹਿ ਲਓ ਕਿ ਇੱਕ ਤਰ੍ਹਾਂ ਦੀ ਇੱਕ ਖੁਆਇਸ਼ ਸੀਗੀ ਮੇਰੇ ਅੰਦਰ ਕਿ ਮੈਂ ਕੁਛ ਇੱਦਾਂ ਦਾ ਜ਼ਰੂਰ ਕੰਮ ਕਰਾਂ ਕੈਨੇਡਾ ਵਿੱਚ ਕਿ ਆਪਣੀ ਕਮਿਊਨਿਟੀ ਨੂੰ ਹੈਲਪ ਕਰਾਂ। ਸੋ ਹੇਅਰ ਆਈ ਐਮ। ਤੇ ਫਿਰ ਉਸ ਤੋਂ ਬਾਅਦ ਓਟਵਾ ਮੂਵ ਹੋਣ ਦਾ ਪਲਾਨ ਬਣਿਆ। ਤੇ ਫਿਰ ਇੱਥੇ ਜਦੋਂ ਓਪਰਚੁਨਿਟੀ ਮਿਲੀ ਬ੍ਰਾਂਚ ਆਫਿਸ ਖੋਲ੍ਹਣ ਦੀ, ਪਹਿਲੀ ਬ੍ਰਾਂਚ ਆਫਿਸ, ਸੋ ਮੈਂ ਉਹ ਓਪਰਚੁਨਿਟੀ ਗ੍ਰੈਬ ਕਰ ਲਈ। ਮੈਂ ਕਿਹਾ ਚਲੋ ਆਪਾਂ ਖੋਲ੍ਹਦੇ ਹਾਂ, ਅਤੇ ਸਾਡੀ ਆਫਿਸ ਖੁੱਲ੍ਹੀ ਹੈ ਇਨ 2020 ਜਦੋਂ ਪੈਂਡੇਮਿਕ ਸਟਾਰਟ ਹੋਇਆ। ਬਟ ਸੋ ਫਾਰ ਇਟਸ ਗੋਇੰਗ ਗੁੱਡ ਐਂਡ ਕਮਿਊਨਿਟੀ ਨੇ ਬਹੁਤ ਸਪੋਰਟ ਕੀਤਾ ਹੈ। ਸੋ ਥੈਂਕ ਯੂ ਸੋ ਮਚ ਅਗੇਨ। ਇਸੇ ਤਰ੍ਹਾਂ ਸਪੋਰਟ ਕਰਦੇ ਰਹੋ। ਅਸੀਂ ਤੁਹਾਡੀ ਇੰਸ਼ੋਰੈਂਸ ਨੀਡਸ ਲਈ ਹਮੇਸ਼ਾ ਇੱਥੇ ਰੈਡੀ ਹਾਂ। ਸਾਡੀ ਆਫਿਸ ਹੈਗੀ ਹੈ ਇੱਥੇ, ਤੁਹਾਡੇ ਕੋਲ ਸਾਰਿਆਂ ਕੋਲ ਮੇਰਾ ਨੰਬਰ ਹੈਗਾ, ਅਤੇ ਕਿਸੇ ਵੀ ਟਾਈਮ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਇੰਦਰਜੀਤ ਜੀ, ਜੇ ਆਪਾਂ ਗੱਲ ਕਰੀਏ ਇੰਸ਼ੋਰੈਂਸਾਂ ਬਾਰੇ, ਇੱਕ ਮੋਸਟ ਇੰਪੋਰਟੈਂਟ ਇੰਸ਼ੋਰੈਂਸ ਆ ਕੈਨੇਡਾ ਦੇ ਵਿੱਚ ਲਾਈਫ ਇੰਸ਼ੋਰੈਂਸ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਰਾਈਟ? ਅੱਜ ਇਸ ਮੀਡੀਆ ਦੇ ਜ਼ਰੀਏ ਸਟੂਡੈਂਟ, ਇੱਕ ਮੇਰਾ ਕੁਐਸਚਨ ਸੀਗਾ ਕਿ ਲਾਈਫ ਇੰਸ਼ੋਰੈਂਸ ਆ ਜਿਹੜੀ ਉਹ ਸਟੂਡੈਂਟ ਨੂੰ ਕਿਉਂ ਨਹੀਂ ਦਿੱਤੀ ਜਾਂਦੀ? ਉਹਨਾਂ ਦੇ ਨਾਲ ਕੀ ਵਿਤਕਰਾ ਹੁੰਦਾ ਗਾ? ਦੇਖੋ ਜੀ, ਲਾਈਫ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਬਹੁਤ ਇੰਪੋਰਟੈਂਟ ਹੈ, ਜਿੱਦਾਂ ਕਿ ਤੁਸੀਂ ਕਿਹਾ, ਅਤੇ ਆਈ ਸਟਰੋਂਗਲੀ ਅਗਰੀ ਕਿ ਸਟੂਡੈਂਟ ਲਈ ਹੋਣੀ ਚਾਹੀਦੀ ਹੈ। ਬਟ ਆਈ ਥਿੰਕ ਇਹਦੇ ਵਿੱਚ ਕਾਫੀ ਲਾਇਬਿਲਿਟੀ ਇਸ਼ੂਜ਼ ਆ ਜਾਂਦੇ ਹੈ। ਸਭ ਤੋਂ ਪਹਿਲਾਂ ਤਾਂ ਸਟੂਡੈਂਟ ਦਾ ਸਟੇਟਸ ਜਿਹੜਾ ਹੁੰਦਾ ਹੈ ਟੈਂਪਰਰੀ, ਜਿਹੜੀ ਕਿਉਂਕਿ ਸਾਨੂੰ ਪਤਾ ਹੈ ਕਿ ਉੱਥੇ ਸਟੱਡੀ ਵੀਜ਼ਾ ਲਈ ਆਏ ਆ, ਅਤੇ ਇੱਥੇ ਸਟੱਡੀ ਕਰਨ ਤੋਂ ਬਾਅਦ ਸਾਨੂੰ ਵੀ ਡੋਂਟ ਨੋ ਕਿ ਉਹਨਾਂ ਨੇ ਵਾਪਸ ਚਲੇ ਜਾਣਾ ਹੈ, ਕਿਵੇਂ ਹੋਣਾ ਫਿਊਚਰ ਕਿੱਦਾਂ। ਬਟ ਐਜ਼ ਸੂਨ ਐਜ਼ ਤੁਹਾਡੇ ਕੋਲ ਵਰਕ ਪਰਮਿਟ ਆ ਜਾਂਦਾ, ਤੁਸੀਂ ਐਲੀਜੀਬਲ ਹੈਗੇ ਹੋ ਕਿਸੇ ਵੀ ਨਾਰਥ ਅਮਰੀਕਨ ਕੰਪਨੀ ਨਾਲ ਇੰਸ਼ੋਰੈਂਸ ਲਈ। ਇਟਸ ਜਸਟ ਕਿ ਉਹ ਜਿਹੜਾ ਤੁਹਾਡਾ ਸਟੂਡੈਂਟ ਵਾਲਾ ਫੇਜ਼ ਹੈਗਾ ਉਦੋਂ ਤੁਸੀਂ ਐਲੀਜੀਬਲ ਨਹੀਂ ਹੋ। ਨਹੀਂ ਨਾਓ, ਸੋ ਜਿੱਦਾਂ ਐਜ਼ ਅ ਬ੍ਰੋਕਰੇਜ, ਸਾਡੀ ਬ੍ਰੋਕਰੇਜ ਨੂੰ ਆਲਮੋਸਟ 21 ਈਅਰਸ ਹੋ ਗਏ, ਅਤੇ ਸਾਡੇ ਕੋਲ ਇੱਦਾਂ ਦੀ ਕੰਪਨੀਜ਼ ਦੇ ਐਕਸੈਸ ਹੈਗੇ ਆ ਜਿਹੜੇ ਸਟੂਡੈਂਟ ਨੂੰ ਵੀ ਇੰਸ਼ੋਰੈਂਸ ਦਿੰਦੇ ਆ, ਟਰਮ ਇੰਸ਼ੋਰੈਂਸ। ਮੈਂ ਕੰਪਨੀ ਡਿਸਕਲੋਜ਼ ਨਹੀਂ ਕਰਾਂਗੀ, ਬਟ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਕਿਵੇਂ ਕਵਰੇਜ ਹੁੰਦੀ ਹੈ ਉਹਦੀ। ਸਟੂਡੈਂਟ ਜਿਹੜੇ ਮੇਲ ਸਟੂਡੈਂਟਸ ਨੇ, ਦੇ ਆਰ ਐਲੀਜੀਬਲ ਅਪ ਟੂ 5 ਲੱਖ। ਸੋ ਤੁਹਾਡਾ ਕੋਈ ਮੰਥਲੀ ਪ੍ਰੀਮੀਅਮ $20 ਦਾ ਬਣੂਗਾ, ਵਿਚ ਇਜ਼ ਬਹੁਤ ਅਫੋਰਡੇਬਲ ਹੈ। ਆਈ ਥਿੰਕ ਸਭ ਤੋਂ ਸਸਤਾ ਹੀ ਹੈ, ਇੰਨੇ ਦੀ ਗੈਸ ਵੀ ਨਹੀਂ ਹੁੰਦੇ ਅੱਜ ਕੱਲ੍ਹ, ਤਾਂ ਗੈਸ ਵੀ ਮਹਿੰਗੀ ਹੈ। ਅਤੇ ਲੇਡੀਜ਼ ਲਈ ਵੀ ਅਰਾਊਂਡ 5 ਲੱਖ ਦੀ ਇੰਸ਼ੋਰੈਂਸ ਹੈ, ਵਿਚ ਇਜ਼ ਗੁੱਡ, ਵਿਚ ਇਜ਼ ਨਾਟ ਅ ਬੈਡ ਅਮਾਊਂਟ। ਟਰਮ ਇੰਸ਼ੋਰੈਂਸ, ਹਾਂਜੀ। ਲਾਈਕ ਕਹਿ ਲਓ ਕਿ ਜਿਵੇਂ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। 5 ਲੱਖ ਆਈ ਨੋ ਇੰਨਾ ਜ਼ਿਆਦਾ ਅਮਾਊਂਟ ਨਹੀਂ ਹੈਗਾ, ਬਟ ਉਹਦੇ ਵਿੱਚ ਇੱਕ ਫਲੈਕਸੀਬਿਲਿਟੀ ਹੈ ਕਿ ਜਿਵੇਂ ਐਜ਼ ਸਟੂਡੈਂਟ ਜੇ ਤੁਸੀਂ 5 ਲੱਖ ਦੀ ਕਵਰੇਜ ਲੈ ਲਈ ਆਪਣੇ ਆਪ ਨੂੰ ਕਵਰ ਕਰਨ ਲਈ,
ਜਦੋਂ ਤੁਹਾਡਾ ਸਟੂਡੈਂਟ ਫੇਜ਼ ਖਤਮ ਹੋ ਗਿਆ, ਤੁਹਾਡੇ ਕੋਲ ਵਰਕ ਪਰਮਿਟ ਆ ਗਿਆ, ਤੁਸੀਂ ਪੀਆਰ ਹੋ ਗਏ, ਤੁਸੀਂ ਉਹਨੂੰ ਐਕਸਟੈਂਡ ਕਰ ਸਕਦੇ ਹੋ। ਇਹ ਫਲੈਕਸੀਬਿਲਿਟੀ ਦਿੱਤੀ ਹੋਈ ਤੇ ਕੰਪਨੀ ਬਿਨਾਂ ਸਟੂਡੈਂਟਾਂ ਤੋਂ ਜਿਹੜੀ ਇੰਸ਼ੋਰੈਂਸ ਆ, ਲਾਈਫ ਇੰਸ਼ੋਰੈਂਸ, ਉਹ ਕਿੰਨਾ ਕੁ ਕਵਰ ਕਰਦੀ ਤੇ ਕਿੰਨਾ ਕੁ ਅਰਾਊਂਡ ਉਹਨਾਂ ਨੂੰ ਮੰਥਲੀ ਪੇ ਕਰਨਾ ਪੈ ਸਕਦਾ? ਜਿਹੜੀ ਨਾਰਮਲ ਤੁਸੀਂ ਕਹਿ ਰਹੇ ਹੋ ਟਰਮ ਇੰਸ਼ੋਰੈਂਸ, ਜਿਹੜੀ ਨਾਰਮਲ ਟਰਮ ਇੰਸ਼ੋਰੈਂਸ ਹੁੰਦੀ ਹੈ ਉਹਦੇ ਵਿੱਚ ਕਾਫੀ ਫੈਕਟਰਸ ਹੁੰਦੇ ਨੇ, ਤੁਹਾਡੀ ਮੈਡੀਕਲ ਕੰਡੀਸ਼ਨ, ਏਜ ਹੋ ਗਈ, ਮੇਲ ਫੀਮੇਲ, ਬਟ ਮੈਂ ਜਸਟ ਜਨਰਲ ਤੁਹਾਨੂੰ ਐਗਜ਼ਾਮਪਲ ਦੇਣਾ ਹੋਵੇ, ਕੋਈ 30 ਇਅਰਸ ਮੇਲ ਨਾਨ ਸਮੋਕਰ ਨੇ ਜੇ ਮਿਲੀਅਨ ਦੀ ਕਰਵਾਉਣੀ ਹੋਵੇ, ਤੁਸੀਂ ਆਪਣੀ ਟਰਮ ਪਿਕ ਕਰ ਸਕਦੇ ਹੋ। ਆਈਡੀਅਲੀ ਲੋਕੀ 25 ਇਅਰਸ ਲਈ ਕਰਦੇ ਆ ਕਿਉਂਕਿ ਮਾਰਗੇਜ ਦੀ ਟਰਮਸ ਹੁੰਦੇ ਆ, ਬਟ ਰეკਮੈਂਡ ਅਸੀਂ ਕਰਦੇ ਕਿ ਤੁਸੀਂ ਏਜ 65 ਤੱਕ ਕਰੋ ਕਿਉਂਕਿ ਦੈਟਸ ਦ ਰਿਟਾਇਰਮੈਂਟ ਏਜ। ਤੇ ਉਦੋਂ ਤੱਕ ਤੁਹਾਡੀ ਲਾਈਫ ਦੀ ਸਾਰੀ ਫਾਈਨੈਂਸ਼ੀਅਲ ਓਬਲੀਗੇਸ਼ਨਸ ਡਨ ਹੋ ਜਾਂਦੀ, ਬੱਚੇ ਸੈੱਟ ਹੋ ਜਾਂਦੇ ਆ, ਤੁਹਾਡੇ ਜਿਹੜੇ ਡੈਥਸ ਹੁੰਦੇ, ਲੋਨਸ ਡਨ ਹੋ ਜਾਂਦੇ ਆ। ਸੋ ਉਸ ਤੋਂ ਬਾਅਦ ਵੀ ਤੁਸੀਂ ਐਕਸਟੈਂਡ ਕਰ ਸਕਦੇ ਹੋ, ਤੁਹਾਡੀ ਚੋਇਸ ਹੈ। ਸੋ ਆਈ ਗੈਸ ਫॉर ਅ 30 ਈਅਰ 올ਡ ਮੇਲ ਨਾਨ ਸਮੋਕਰ 1 ਮਿਲੀਅਨ ਦੀ ਕੋਈ ਅਪ ਟੂ ਬਿਟਵੀਨ $60 to $80 ਮੰਥਲੀ ਕੁਝ ਪ੍ਰੀਮੀਅਮ ਬਣਦਾ ਹੈ। ਓਕੇ ਹਾਂਜੀ। ਇਹਦੀ ਟਰਮ ਤੁਸੀਂ ਕਿੰਨੀ ਦੱਸੀ ਸੀਗੀ, ਦੁਬਾਰਾ ਫਿਰ ਦੱਸਿਓ। ਟਰਮ ਇਹਦੇ ਵਿੱਚ ਤੁਸੀਂ ਆਪਣੀ ਜਿਵੇਂ ਵੀ ਕਰ ਸਕਦੇ ਹੋ, ਲੋਕੀ ਆਈਡੀਅਲੀ 25 ਇਅਰਸ ਕਰਦੇ ਆ, ਅਸੀਂ ਸੁਜੈਸਟ ਕਰਦੇ ਅਪ ਟੂ ਏਜ 65, ਬਟ ਤੁਸੀਂ ਮੈਕਸਿਮਮ 40 ਇਅਰਸ ਤੱਕ ਕਰ ਸਕਦੇ ਹੋ ਟਰਮ ਲਾਈਫ ਇੰਸ਼ੋਰੈਂਸ। ਦੇਖੋ ਜੀ, ਜੇ ਅਗਰ ਲਾਈਫ ਇੰਸ਼ੋਰੈਂਸ ਕਿਸੇ ਨੇ ਕਰਾਉਣੀ ਹੋਵੇ ਤਾਂ ਉਹਦਾ ਮੈਡੀਕਲ ਵੀ ਮੇਰੇ ਹਿਸਾਬ ਦੇ ਨਾਲ ਜ਼ਰੂਰੀ ਹੋਊਗਾ। ਸਪੋਜ਼ ਕਰੋ ਕਿਸੇ ਨੂੰ ਕੋਈ ਬਿਮਾਰੀ ਹੈ, ਰਾਈਟ, ਉਹ ਲੁਕੋ ਦਿਓ ਚੀਜ਼ਾਂ ਵੀ ਮੈਂ ਦੱਸਣਾ ਨਹੀਂ ਚਾਹੁੰਦਾਗਾ, ਫਿਰ ਉਹਦਾ ਕੀ ਪ੍ਰੋਸੈਸ ਹੈ ਮੈਡੀਕਲ ਦਾ? ਹਾਂਜੀ, ਬਿਲਕੁਲ ਮੈਡੀਕਲ ਬਿਲਕੁਲ ਰਿਕੁਆਇਰਡ ਹੈਗਾ, ਤੇ ਮੈਡੀਕਲ ਸਾਡੇ ਵੱਲੋਂ ਹੀ ਹੁੰਦਾ, ਤੁਹਾਨੂੰ ਪੇ ਨਹੀਂ ਕਰਨਾ ਹੁੰਦਾ ਮੈਡੀਕਲ ਲਈ, ਅਸੀਂ ਇਸ਼ੂ ਕਰਦੇ ਹਾਂ ਮੈਡੀਕਲ। ਸੋ ਉਹਦੇ ਵਿੱਚ ਇੱਦਾਂ ਹੁੰਦਾ ਹੈ ਕਿ ਜਿਹੜੀ ਪੈਰਾਮੈਡੀਕਲ ਨਰਸ ਹੁੰਦੀ ਹੈ ਉਹ ਤੁਹਾਡੇ ਘਰੇ ਆਉਂਦੀ ਹੈ ਅਕੋਰਡਿੰਗ ਟੂ ਯੋਰ ਕਨਵੀਨੀਅੰਸ, ਤੁਹਾਡੇ ਜੋ ਵੀ ਟਾਈਮ ਹੈਗਾ ਅਪਾਇੰਟਮੈਂਟ ਬੁੱਕ ਕਰਦੇ ਹੋ ਤੁਸੀਂ, ਉਹ ਤੁਹਾਡੇ ਬਲੱਡ ਵਰਕ, ਵਾਈਟਲਸ, ਯੂਰੀਨ ਸੈਂਪਲ ਜਿਹੜਾ ਵੀ ਉਹਨਾਂ ਨੂੰ ਚਾਹੀਦਾ ਅਕੋਰਡਿੰਗ ਟੂ ਐਪਲੀਕੇਸ਼ਨ ਉਹ ਕਲੈਕਟ ਕਰਦੇ ਨੇ, ਤੇ ਫਿਰ ਉਹ ਅੰਡਰਰਾਈਟਰ ਕੋਲ ਜਾਂਦੇ ਨੇ ਐਂਡ ਦੈਨ ਅੰਡਰਰਾਈਟਰ ਡਿਸਾਈਡ ਕਰਦੇ ਨੇ। ਸੋ ਇਹ ਸਾਰੀ ਪ੍ਰੋਸੀਜਰ ਜਿਹੜਾ ਹੁੰਦਾ ਹੈ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ, ਇੱਕ ਸੈਂਟਰਲਾਈਜ਼ ਕਹਿ ਲਓ ਸਿਸਟਮ ਹੁੰਦਾ। ਸੋ ਜੇ ਤੁਸੀਂ ਕੁਝ ਹਾਈਡ ਵੀ ਕੀਤਾ ਹੁੰਦਾ ਤੁਸੀਂ ਸਟਿਲ ਕੈਚ ਕਰ ਸਕਦੇ ਨੇ, ਕਿਉਂਕਿ ਉਹ ਤੁਹਾਡੇ ਜਿਹੜੇ ਫੈਮਿਲੀ ਡਾਕਟਰ ਹੈ ਜਾਂ ਫਿਰ ਕੋਈ ਵੀ ਡਾਕਟਰ ਜਿਹਨੂੰ ਤੁਸੀਂ ਕਦੀ ਵਿਜ਼ਿਟ ਕੀਤਾ, ਉਹਨਾਂ ਨੇ ਜੇ ਤੁਹਾਡੀ ਫਾਈਲ ਜਾਂ ਸਿਸਟਮ ਦੇ ਵਿੱਚ ਆ ਜਾਂਦੀ ਹੈ, ਉਹ ਉਸ ਚੀਜ਼ ਤੋਂ ਪਤਾ ਕਰ ਸਕਦੇ ਆ ਕਿ ਇਹਨਾਂ ਨੇ ਇਸ ਸਾਲ ਇਸ ਚੀਜ਼ ਦੀ ਟ੍ਰੀਟਮੈਂਟ ਕਰਵਾਈ ਸੀ, ਇਵਨ ਦੋ ਠੀਕ ਹੋ ਗਈ ਬਟ ਉਹ ਤੁਹਾਡੀ ਫਾਈਲ 'ਚ ਆ ਜਾਂਦੀ ਹੈ। ਦੇਖੋ, ਜੇ ਹੁਣ ਆਪਾਂ ਗੱਲ ਕਰੀਏ ਜਾਣੀ ਕਿ ਬੈਨੀਫੀਸ਼ੀਅਰੀ ਕਿਹੜਾ ਹੱਕਦਾਰ ਹੋਊਗਾ ਇਹਨਾਂ ਪੈਸਿਆਂ ਦਾ, ਰਾਈਟ, ਜਦੋਂ ਕਿਸੇ ਨੇ ਵੀ ਲਾਈਫ ਇੰਸ਼ੋਰੈਂਸ ਲਈ ਉਹਦੀ ਮੌਤ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਜਾਂ ਤਾਂ ਉਹਦਾ ਫੈਮਿਲੀ ਮੈਂਬਰ ਕਹਿ ਸਕਦੇ ਆਪਾਂ, ਜਾਂ ਉਹਦੇ ਦੋਸਤ ਮਿੱਤਰ ਵੀ ਹੋ ਸਕਦੇ ਨੇ, ਜਾਂ ਕੋਈ ਇਹਦੇ ਪੇਰੈਂਟਸ, ਬੱਚੇ ਹੋ ਸਕਦੇ ਨੇ। ਸੋ ਇਹਦੇ ਬਾਰੇ ਥੋੜਾ ਜਿਹਾ ਡਿਸਕ੍ਰਾਈਬ ਕਰੋ, ਕੌਣ ਕੌਣ ਉਹਦਾ ਹੱਕ ਅਸਲ ਦੇ ਵਿੱਚ? ਬਿਲਕੁਲ, ਬੈਨੀਫੀਸ਼ੀਅਰੀ ਬਹੁਤ ਇੰਪੋਰਟੈਂਟ ਹੁੰਦਾ ਤੇ ਬਹੁਤ ਸੋਚ ਕੇ ਤੁਹਾਨੂੰ ਅਪਾਇੰਟ ਕਰਨਾ ਚਾਹੀਦਾ। ਅਸੀਂ ਰეკਮੈਂਡ ਤਾਂ ਨਹੀਂ ਕਰਦੇ, ਤੁਹਾਡੀ ਆਪਣੀ ਪਰਸਨਲ ਚੋਇਸ ਹੁੰਦੀ ਹੈ, ਬਟ ਆਈਡੀਅਲੀ ਬੈਨੀਫੀਸ਼ੀਅਰੀ ਤੁਸੀਂ ਉਹਨੂੰ ਰੱਖੋ ਜਿਹੜਾ ਤੁਹਾਡੀ ਇਨਕਮ ਤੇ ਟੋਟਲੀ ਡਿਪੈਂਡ ਹੈ। ਸੋ ਇਨ ਕੇਸ ਜੇ ਤੁਹਾਨੂੰ ਗੋਡ ਫੋਰਬਿਡ ਕੁਝ ਹੋ ਜਾਂਦਾ ਤੋ ਜਿਹੜਾ ਬੰਦਾ ਤੁਹਾਡੇ ਉੱਪਰ ਕੰਪਲੀਟਲੀ 100% ਡਿਪੈਂਡੈਂਟ ਹੈ, ਉਹਨੂੰ ਬੈਨੀਫਿਟ ਮਿਲੂਗਾ, ਤੁਹਾਡਾ ਡੈਥ ਬੈਨੀਫਿਟ। ਸੋ ਤੁਸੀਂ ਇਹ ਸੋਚ ਕੇ ਡਿਸਾਈਡ ਕਰੋ। ਮੋਸਟਲੀ ਸਪਾਊਸ ਹੋ ਗਏ ਨੇ, ਬੱਚੇ ਹੋ ਗਏ ਨੇ ਡਿਪੈਂਡੈਂਟ, ਉਹਦੇ ਵਿੱਚ ਕੰਟੀਜੈਂਟ ਬੈਨੀਫਿਸ਼ਰੀ ਹੁੰਦਾ, ਬੱਚਿਆਂ ਨੂੰ ਤੁਸੀਂ ਬਣਾ ਸਕਦੇ ਹੋ ਲਾਈਕ ਸਪਾਊਸ ਨੂੰ ਬੈਨੀਫਿਸ਼ਰੀ ਤੇ ਬੱਚਿਆਂ ਨੂੰ ਕੰਟੀਜੈਂਟ ਬੈਨੀਫਿਸ਼ਰੀ। ਪੇਰੈਂਟਸ ਨੂੰ, ਜੇ ਪੇਰੈਂਟਸ ਤੁਹਾਡੇ ਉੱਪਰ ਟੋਟਲੀ ਡਿਪੈਂਡ ਨੇ, ਐਂਡ ਤੁਸੀਂ ਸਪਲਿਟ ਵੀ ਕਰ ਸਕਦੇ ਹੋ 100% ਚੋਂ ਤੁਸੀਂ 50-50 75 ਜਿੱਦਾਂ ਵੀ ਤੁਹਾਨੂੰ ਆਪਣੇ ਅਕੋਰਡਿੰਗਲੀ ਤੁਸੀਂ ਉਹਨੂੰ ਕਰ ਸਕਦੇ ਹੋ। ਤੇ ਇੱਕ ਹੋਰ ਚੀਜ਼ ਹੁੰਦੀ ਹੈ, ਬੈਨੀਫਿਸ਼ਰੀ ਨੂੰ ਤੁਸੀਂ ਕਿਸੇ ਵੀ ਟਾਈਮ ਚੇਂਜ ਕਰ ਸਕਦੇ ਹੋ। ਇਹ ਨਹੀਂ ਕਿ ਜੇ ਤੁਸੀਂ ਇੱਕ ਵਾਰੀ ਕਰ ਲਿਆ, ਉਹਨੂੰ ਕਹਿੰਦੇ ਆ ਰਿਵੋਕੇਬਲ। ਤੁਸੀਂ ਰਿਵੋਕੇਬਲ ਆਪਸ਼ਨ ਰੱਖੋ, ਇਹ ਵੀ ਤੁਹਾਡੇ ਏਜੰਟ ਨੇ ਤੁਹਾਨੂੰ ਦੱਸਣਾ ਹੁੰਦਾ, ਸੋ ਦੈਟ ਕੱਲ ਨੂੰ ਅੱਗੇ ਜਾ ਕੇ ਲੈਟਸ ਸੇ ਡਿਵੋਰਸ ਹੋ ਗਿਆ ਜਾਂ ਕੋਈ ਵੀ ਇਦਾਂ ਦਾ ਹੋ ਗਿਆ, ਤੁਸੀਂ ਚੇਂਜ ਕਰ ਸਕਦੇ ਹੋ ਆਪਣਾ ਲਾਈਕ ਬੈਨੀਫਿਟ। ਦੇਖੋ ਜੀ, ਜੇ ਆਪਾਂ ਹੁਣ ਗੱਲਬਾਤ ਕਰੀਏ, ਸਪੋਜ਼ ਕਰੋ ਕੋਈ ਵੀ ਸਟੂਡੈਂਟ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਉਹਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਹੈ, ਰਾਈਟ, ਸੁਸਾਈਡ ਕਰ ਗਏ ਨੇ, ਮਰਡਰ ਹੋ ਗਏ ਨੇ, ਜਾਂ ਕੋਈ ਵਿਜ਼ਟਰ ਵੀਜ਼ੇ ਤੇ ਇੱਥੇ ਆਇਆ, ਕੋਈ ਸੁਪਰ ਵੀਜ਼ੇ ਤੇ ਆਇਆ, ਉਹਦੀ ਕਿਸੇ ਨਾ ਕਿਸੇ ਕਾਰਨ ਕਰਕੇ ਇੱਥੇ ਡੈਥ ਹੋ ਜਾਂਦੀ ਆ। ਜਦੋਂ ਉਹਨਾਂ ਦੀ ਕੋਈ ਡੈੱਡ ਬੋਡੀ ਆਪਾਂ ਇੰਡੀਆ ਭੇਜਣੀ ਹੁੰਦੀ ਹੈ, ਪੰਜਾਬ ਭੇਜਣੀ ਹੁੰਦੀ ਹੈ, ਤਾਂ ਫਿਰ ਆਪਾਂ ਸੋਸ਼ਲ ਮੀਡੀਆ ਤੇ ਫੰਡ ਰੇਜ਼ ਕਰਦੇ ਨੇ। ਤੁਹਾਡੀ ਕੰਪਨੀ ਦੇ ਕੋਲ ਕੋਈ ਇੱਦਾਂ ਦਾ ਪਲਾਨ ਹੈਗੇ ਨੇ ਕਿ ਉਹ ਆਪਣੀ ਜੇਬ ਦੇ ਵਿੱਚੋਂ ਕੋਈ $20-25 ਜਾਂ $50-60 ਕੰਪਨੀ ਦੇ ਵਿੱਚ ਇਨਵੈਸਟ ਕਰਦਾ, ਇੰਸ਼ੋਰੈਂਸ ਲੈਂਦਾ, ਤੇ ਉਹ ਚੀਜ਼ਾਂ ਤੋਂ ਉਹ ਚੀਜ਼ਾਂ ਫੰਡ ਨਾ ਰੇਜ਼ ਕਰਨੇ ਪੈਣ, ਉਹ ਚੀਜ਼ਾਂ ਤੋਂ ਬਚਿਆ ਜਾ ਸਕਦਾ ਉਹਨਾਂ ਦੀ ਫੈਮਿਲੀ ਨੂੰ? ਹਾਂਜੀ, ਬਿਲਕੁਲ, ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਕੱਲ੍ਹ ਇੱਦਾਂ ਦੇ ਕੇਸਿਸ ਕਾਫੀ ਹੋ ਗਏ ਨੇ। ਸੋ ਇਹਦੇ ਵਿੱਚ ਇੱਦਾਂ ਹੈ ਜੇ ਕਿ ਜਦੋਂ ਤੁਸੀਂ ਸਟੂਡੈਂਟ ਆਉਂਦੇ ਆ, ਤੁਹਾਡੀ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਰਿਕੁਆਇਰਮੈਂਟ ਐਨੀਵੇਜ਼ ਹੁੰਦੀ ਕਿ ਤੁਸੀਂ ਮੈਡੀਕਲ ਇੰਸ਼ੋਰੈਂਸ ਲੈਣੀ ਹੈ। ਉਸ ਮੈਡੀਕਲ ਇੰਸ਼ੋਰੈਂਸ ਦੇ ਵਿੱਚ ਫਾਈਨਲ ਐਕਸਪੈਂਸਿਸ ਇਨਕਲੂਡ ਹੁੰਦੇ ਨੇ ਜੇ ਤੁਹਾਡੇ ਕੋਲ ਹੈਗੀ ਨਾ। ਉਹ ਜਿਹੜਾ ਫੇਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੱਡੀ ਡਨ ਕਰ ਲਈ, ਤੁਹਾਡਾ ਵਰਕ ਪਰਮਿਟ ਆ ਗਿਆ, ਕਈ ਵਾਰੀ ਬੱਚੇ ਧਿਆਨ ਨਹੀਂ ਦਿੰਦੇ ਕਿ ਹਾਂ ਬਈ ਪਹਿਲਾਂ ਤਾਂ ਅਸੀਂ ਕਵਰਡ ਸੀਗੇ, ਅਸੀਂ ਅਸ਼ੋਰਡ ਸੀਗੇ ਸਟੂਡੈਂਟ ਲਾਈਫ ਦੇ ਵਿੱਚ,
ਬਟ ਜਦੋਂ ਤੁਸੀਂ ਵਰਕ ਪਰਮਿਟ ਵਾਲੇ ਫੇਸ 'ਚ ਹੈਗੇ ਹੋ ਤੇ ਤੁਸੀਂ ਇਹ ਸੋਚਦੇ ਨਹੀਂ, ਤੁਹਾਨੂੰ ਹੁੰਦਾ ਕਿ ਚਲੋ ਜਦੋਂ PR ਆ ਗਈ ਉਦੋਂ ਹੀ ਡੈਂਟਲ ਬੈਨੀਫਿਟ ਮਿਲ ਜਾਣਾ ਹੈ, ਹੈਲਥ ਕਾਰਡ ਆ ਜਾਊਗਾ। ਹੈਲਥ ਕਾਰਡ ਦੇ ਵਿੱਚ ਤੁਹਾਡੇ ਫਾਈਨਲ ਐਕਸਪੈਂਸਸ ਨਹੀਂ ਹੁੰਦੇ ਨੇ ਇਨਕਲੂਡ। ਇਹ ਬਹੁਤ ਮਿਸਕਨਸੈਪਸ਼ਨ ਹੈਗਾ ਲੋਕਾਂ ਦਾ ਕਿ ਹੈਲਥ ਕਾਰਡ ਮੈਨੂੰ ਇਹ ਕਵਰ ਕਰੂਗਾ, ਨਹੀਂ। ਤੁਹਾਨੂੰ ਇਸ ਸਭ ਤੋਂ ਬੈਸਟ ਇਜ਼ ਟੂ ਗੋ ਵਿਦ ਵਿਜ਼ਿਟਰ ਇੰਸ਼ੋਰੈਂਸ ਜਿਹੜੀ ਹੁੰਦੀ ਹੈ। ਜੇ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈਗਾ ਤੁਸੀਂ ਵਿਜ਼ਿਟਰ ਇੰਸ਼ੋਰੈਂਸ ਲਓ, ਉਹਦੇ ਵਿੱਚ ਤੁਹਾਡੇ ਫਾਈਨਲ ਐਕਸਪੈਂਸਸ ਇਨਕਲੂਡ ਹੁੰਦੇ ਨੇ। ਕਹਿ ਲਓ ਕਿ ਡੈਥ ਹੋ ਗਈ, ਸੁਸਾਈਡ ਜਾਂ ਕੋਈ ਵੀ ਬੋਡੀ ਬੈਕ ਹੋਮ ਭੇਜਣੀ ਹੈ, ਫਲਾਈਟ ਦੇ ਚਾਰਜਸ, ਫਾਈਨਲ ਐਕਸਪੈਂਸਸ ਕਰਨਾ ਹੈ, ਉਹ ਸਾਰਾ ਕੁਝ ਇਹਦੇ ਵਿੱਚ ਇਨਕਲੂਡ ਹੁੰਦਾ ਹੈ। ਸਾਡੇ ਕੋਲ ਬਹੁਤ ਵਧੀਆ ਪਲਾਨਸ ਨੇ। ਇਹਨਾਂ ਨੂੰ ਕੋਈ ਐਗਜ਼ਾਮਪਲ ਤੁਸੀਂ ਦੇਣਾ ਚਾਹੁੰਦੇ ਹੋ ਕਿ ਇੰਨੇ ਕੁ ਡਾਲਰ ਪੇ ਕਰੋ ਐਵਰੀ ਮੰਥ ਤਾਂ ਇੰਨਾ ਤੱਕ ਕਵਰ ਕਰ ਸਕਦੇ ਹਾਂ ਅਸੀਂ? ਹਾਂਜੀ, ਇਹ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਪਰ ਡੇ ਦੇ ਅਕੋਰਡਿੰਗ ਹੁੰਦੀ ਹੈ ਐਕਚੁਅਲੀ। ਸੋ ਤੁਸੀਂ ਇਹਦੇ ਗੁੱਡ ਥਿੰਗ ਇਸ ਕਿ ਤੁਸੀਂ ਆਪਣੇ ਟਰਮਸ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਮੈਨੂੰ 6 ਮੰਥਸ ਲਈ ਚਾਹੀਦੀ ਹੈ, ਮੈਨੂੰ ਸਾਲ ਲਈ ਚਾਹੀਦੀ, ਕਿਉਂਕਿ ਸਾਲ ਬਾਅਦ ਮੇਰਾ ਕਾਰਡ ਹੈਲਥ ਕਾਰਡ ਆ ਜਾਣਾ ਹੈ ਤਾਂ ਮੈਨੂੰ ਮੇਬੀ ਆਪਣੇ ਕੰਮ ਵੱਲੋਂ ਕਵਰੇਜ ਮਿਲ ਜਾਊਗੀ ਜਾਂ ਜਿਵੇਂ ਵੀ ਹੈਗਾ। ਇਹ ਪਰ ਡੇ ਦੇ ਅਕੋਰਡਿੰਗ ਹੁੰਦਾ ਹੈ। ਬਟ ਰਫਲੀ ਜੇ ਅਸੀਂ ਕਹੀਏ ਕਿ 6 ਮੰਥਸ ਦੀ ਲੈਟਸ ਸੇ ਕਿਸੇ ਨੇ ਲੈਣੀ ਹੈ ਇੰਸ਼ੋਰੈਂਸ ਤੇ ਉਹਨਾਂ ਦੀ ਏਜ ਹੈਗੀ ਹੈ ਅਰਾਊਂਡ 30 ਇਅਰਸ, ਸਟੂਡੈਂਟ ਮੇਲ, ਤੇ 6 ਮੰਥਸ ਦੀ ਆਪਾਂ ਲੈ ਰਹੇ ਹਾਂ ਤੇ ਤੁਹਾਡਾ 6 ਮੰਥਸ ਦਾ ਕੁਝ ਆਈ ਥਿੰਕ ਬਣੂਗਾ ਰਫਲੀ $200। ਸੋ ਤੁਸੀਂ ਹਿਸਾਬ ਲਾ ਲਓ ਕਿ ਮੰਥਲੀ ਤੁਹਾਡਾ ਕਿੰਨਾ ਬਣੂਗਾ। ਬਹੁਤ ਹੀ ਘੱਟ, ਬਹੁਤ ਘੱਟ। ਤੇ ਕੋਈ ਰਿਸਕ ਵੀ ਨਹੀਂ ਹੁੰਦੀ ਕਿ ਜੇ ਕੱਲ ਨੂੰ ਕੁਝ ਹੋ ਗਿਆ ਗੋਡ ਫੋਰਬਿਡ, ਕਿਉਂਕਿ ਰਿਸਕ ਤਾਂ ਆਲਵੇਜ਼ ਹੁੰਦੀ ਹੈ। ਦੇਖੋ ਮੈਂ ਸਾਰੇ ਸਟੂਡੈਂਟਾਂ ਨੂੰ ਸਲਾਹ ਦੇਣੀ ਚਾਹੁੰਦਾ ਕਿ ਅਸੀਂ ਕਾਫੀਆਂ, ਪੀਜ਼ੇ, 버ਗਰਾਂ ਤੇ ਬਹੁਤ ਪੈਸੇ ਮਤਲਬ ਵੇਸਟ ਕਰਦੇ। ਵੇਸਟ ਨਹੀਂ ਕਹਿੰਦੇ ਕਿ ਹੋਰ ਫਾਲਤੂ ਖਰਚੇ ਅਸੀਂ ਕਰਦੇ ਰਹਿੰਦੇ। ਜੇਕਰ ਅਸੀਂ $200-250 ਅਗਰ ਇੱਧਰ ਇਨਵੈਸਟ ਕਰ ਦਾਂਗੇ, ਸਾਡਾ ਜੇ ਪਿੱਛੇ ਬੈਠਾ ਪਰਿਵਾਰ ਆ ਉਹ ਮੁਸ਼ਕਲਾਂ ਤੋਂ ਕਿਸੇ ਨਾ ਕਿਸੇ ਹੱਦ ਤੱਕ ਬਚ ਸਕਦਾ ਹੈ। ਬਿਲਕੁਲ ਬਿਲਕੁਲ। ਸੋ ਇਸ ਤੋਂ ਬਾਅਦ ਜੇ ਆਪਾਂ ਗੱਲਾਂ ਬਾਤਾਂ ਕਰੀਏ, ਜੇ ਸੁਪਰ ਵੀਜ਼ਾ ਇੱਕ ਮੋਸਟ ਇੰਪੋਰਟੈਂਟ ਇੰਸ਼ੋਰੈਂਸ ਆ। ਜਦੋਂ ਵੀ ਕਿਸੇ ਦਾ ਕੋਈ ਸਟੂਡੈਂਟ ਆ ਉਹਨੇ ਆਪਣੇ ਪੇਰੈਂਟਸ ਨੂੰ ਇੱਧਰ ਬੁਲਾਉਣਾ ਤਾਂ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੰਪਲਸਰੀ ਕਿਹਾ ਕਿ ਤੁਸੀਂ ਜਿਹੜੀ ਉਹ ਇੰਸ਼ੋਰੈਂਸ ਹੋਣੀ ਚਾਹੀਦੀ, ਜੇ ਤੁਸੀਂ ਫਾਈਲ ਲਾਉਣੀ ਹੈ ਤੇ ਉਹਦੇ ਵਿੱਚ ਘੱਟੋ ਘੱਟ $1 ਲੱਖ ਦੀ ਕਵਰੇਜ ਹੋਣੀ ਚਾਹੀਦੀ ਹੈ। ਤੇ ਇਸ ਬਾਰੇ ਤੁਸੀਂ ਥੋੜਾ ਜਿਹਾ ਹੋਰ ਜ਼ਿਆਦਾ ਦੱਸੋ। ਬਿਲਕੁਲ, ਸੁਪਰ ਵੀਜ਼ਾ ਇੰਸ਼ੋਰੈਂਸ ਕੈਨੇਡਾ ਨੇ ਸਟਾਰਟ ਕੀਤੀ ਸੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਇੱਥੇ ਬੁਲਾਉਣ ਲਈ ਕਿ ਤੇ ਇਹਦੇ ਵਿੱਚ ਫਲੈਕਸੀਬਿਲਿਟੀ ਹੁੰਦਾ ਕਿ ਤੁਹਾਨੂੰ 10 ਇਅਰਸ ਦਾ ਵੀਜ਼ਾ ਮਿਲਦਾ ਹੈ। ਸੋ ਇਹਨਾਂ ਨੇ ਕੰਡੀਸ਼ਨ ਰੱਖੀ ਹੋਈ ਸੀ ਕਿ ਤੁਹਾਨੂੰ ਮੈਡੀਕਲ ਜਿਹੜੀ ਇੰਸ਼ੋਰੈਂਸ ਲੈਣੀ ਹੋਣੀ ਹੈ ਲਾਈਕ 1 ਸਾਲ ਲਈ, ਇਵਨ ਦੋ ਤੁਹਾਡਾ ਵੀਜ਼ਾ 10 ਇਅਰਸ ਦਾ। ਸੋ ਉਹ ਹੁੰਦੀ ਹੈ ਕਿ ਤੁਹਾਨੂੰ 1 ਲੱਖ ਦੀ ਈਚ, ਜਿੰਨੇ ਵੀ ਐਪਲੀਕੈਂਟਸ ਹੈਗੇ 2 ਜਾਂ 3 ਜਿੰਨੇ ਵੀ, ਸਾਰਿਆਂ ਲਈ 1 ਲੱਖ ਈਚ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ। ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਚਾਹੀਦੀ ਹੁੰਦੀ ਹੈ ਤੇ ਇਹ ਤੁਹਾਨੂੰ ਫॉर ਮਿਨੀਮਮ ਫॉर 1 ਈਅਰ ਚਾਹੀਦੀ ਹੁੰਦੀ ਹੈ। ਇਹਦੇ ਲਈ ਮਤਲਬ ਕਿੰਨਾ ਕੁ ਪੇ ਕਰਨਾ ਪੈ ਸਕਦਾ ਹੈ ਸਾਲ ਦੀ ਜੇ ਲੈਣੀ ਹੋਵੇ ਇਕੱਠੀ? ਹਾਂਜੀ, ਸਾਲ ਦੀ। ਹਾਂਜੀ, ਪਹਿਲਾਂ ਸਿਰਫ ਸਟ੍ਰਿਕਟਲੀ ਸਾਲ ਦੀ ਹੁੰਦੀ ਸੀ, ਹੁਣ ਇਹਨਾਂ ਨੇ ਕਾਫੀ ਕੰਪਨੀਆਂ ਨੇ ਮੰਥਲੀ ਵਾਲਾ ਪਲਾਨ ਸਟਾਰਟ ਕੀਤਾ ਹੈ। ਸੋ ਉਹਦੇ ਨਾਲ ਤੁਹਾਨੂੰ ਥੋੜਾ ਕਹਿ ਲਓ ਕਿ ਥੋੜਾ ਬਜਟ ਫ੍ਰੈਂਡਲੀ ਹੋ ਜਾਂਦਾ ਕਿ ਤੁਹਾਨੂੰ ਸਾਲ ਦਾ ਅਪਫਰੰਟ ਨਹੀਂ ਪੇ ਕਰਨਾ ਹੁੰਦਾ। ਬਟ ਅਗੇਨ ਟੂ ਗਿਵ ਐਸਟੀਮੇਟ ਮੈਂ ਕਹਾਂਗੀ ਕਿ ਲਾਈਕ ਜਿੱਦਾਂ 2 ਪੇਰੈਂਟਸ ਨੇ, ਉਹਨਾਂ ਦੀ ਏਜ ਹੈਗੀ ਅਰਾਊਂਡ 60, ਠੀਕ ਹੈ, ਤੇ ਸਾਲ ਦੀ ਆਪਾਂ ਉਹਨਾਂ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਨੀ ਹੈ। ਇਹ ਕੋਈ ਬਣੂਗੀ ਅਰਾਊਂਡ ਬਿਟਵੀਨ 2000 to 3000 ਟੋਟਲ। ਹਾਂਜੀ, ਸੋ ਪਰ ਪਰਸਨ ਵੁੱਡ ਬੀ ਅਰਾਊਂਡ ਲਾਈਕ ਕਹਿ ਸਕਦੇ 1200। ਇਹ ਬੇਸਿਕ ਪਲਾਨ ਜਿਹੜਾ ਤੁਸੀਂ ਲੈਂਦੇ ਹੋ। ਹਾਂਜੀ, ਸੋ ਇਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ, ਇੱਕ ਲੋਕ ਬੜੇ ਕਨਫਿਊਜ਼ ਹੁੰਦੇ ਨੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ। ਇਹ 'ਚ ਕਿੰਨਾ ਕੁ ਡਿਫਰੈਂਸ ਹੈ? ਕਵਰ ਦਾ ਡਿਫਰੈਂਸ ਹੈ ਜਾਂ ਪ੍ਰਾਈਸ ਦਾ ਐਵਰੀ ਮੰਥ ਦਾ ਡਿਫਰੈਂਸ ਹੈਗਾ? ਹਾਂਜੀ, ਇਹਦੇ ਵਿੱਚ ਕਨਫਿਊਜ਼ਨ ਹੁੰਦੀ ਹੈ। ਹਾਂਜੀ, ਮੈਨੂੰ ਵੀ ਕਾਫੀ ਲੋਕੀ ਪੁੱਛਦੇ ਕਿ ਹੈ ਕੀ। ਦੇਖੋ, ਸੁਪਰ ਵੀਜ਼ਾ ਦੇ ਵਿੱਚ ਟਰਮਸ ਡਿਸਾਈਡਡ ਨੇ ਕਿ ਤੁਹਾਨੂੰ ਸਾਲ ਦੀ ਲੈਣੀ ਪੈਣੀ ਹੈ 100,000 ਦੀ। ਵਿਜ਼ਿਟਰ ਵੀਜ਼ਾ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਜੇ ਤੁਹਾਡੀ ਫੈਮਿਲੀ ਮੈਂਬਰ ਕੋਲ ਵਿਜ਼ਿਟਰ ਵੀਜ਼ਾ ਹੈ, ਉਹਦੇ ਵਿੱਚ ਤੁਸੀਂ ਆਪਣੇ ਕਵਰੇਜ ਵੀ ਡਿਸਾਈਡ ਕਰ ਸਕਦੇ ਹੋ। ਤੁਸੀਂ 50K ਦੀ ਲੈ ਸਕਦੇ ਹੋ, 100K ਦੀ, 25K ਦੀ, ਅਪ ਟੂ ਯੂ, ਜਿੱਦਾਂ ਵੀ ਤੁਹਾਨੂੰ ਲੱਗਦਾ ਹੈ ਕਿ ਜੇ ਉਹਨਾਂ ਦੇ ਕੋਲ ਬੇਸਿਕ ਜੇ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨਹੀਂ ਹੈਗੀ ਹੈ, ਮੈਡੀਕਲ ਕੰਡੀਸ਼ਨ, ਤੇ ਤੁਸੀਂ ਬੇਸਿਕ ਲੈ ਸਕਦੇ ਹੋ। ਐਂਡ ਤੁਸੀਂ 50,000 ਦੀ ਲੈ ਸਕਦੇ ਹੋ ਜਿੰਨੇ ਵੀ ਟਾਈਮ ਲਈ ਤੁਸੀਂ ਲੈਣੀ ਹੈ। ਇਹਦੇ ਵਿੱਚ ਤੁਹਾਨੂੰ ਕੋਈ ਸੈੱਟ ਨਹੀਂ ਟਰਮ ਹੁੰਦਾ ਕਿ ਤੁਹਾਨੂੰ ਸਾਲ ਦੀ ਹੀ ਲੈਣੀ ਪੈਣੀ ਹੈ। ਇਹਦੇ ਵਿੱਚ ਕੀ ਕੀ ਕਵਰ ਹੋਊਗਾ? ਇੱਕ ਮੈਡੀਕਲ ਹੋ ਗਿਆ ਕਵਰ, ਇਹ 'ਚ ਡੈਂਟਲ ਵੀ ਬੈਨੀਫਿਟਸ ਕਵਰ ਹੋਣਗੇ? ਨਾਟ ਸੱਚ ਡੈਂਟਲ ਨਹੀਂ ਹੁੰਦਾ। ਸੋ ਐਮਰਜੈਂਸੀ ਮੈਡੀਕਲ ਤਾਂ ਡੈਫੀਨਿਟਲੀ ਕਵਰਡ ਹੋਣਾ ਹੈ। ਵਾਈਲ ਤੁਸੀਂ ਜਿੰਨਾ ਵੀ ਟਾਈਮ ਇੱਥੇ ਸਟੇ ਕਰ ਰਹੇ ਹੋ, ਕੋਈ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਤੁਹਾਨੂੰ ਹੁੰਦੀ ਹੈ, ਇਹ ਕਵਰਡ ਹੁੰਦੀ ਹੈ, ਠੀਕ ਹੈ। ਤੇ ਨਾਲ ਹੋਰ ਵੀ ਐਕਸਟਰਾ ਹੁੰਦੇ, ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਹੋ ਗਈ, ਪ੍ਰੈਕਟੀਸ਼ਨਰਸ ਦੇ ਕਾਸਟ ਕਵਰਡ ਹੁੰਦੇ ਆ। ਜੇ ਤੁਸੀਂ ਕੋਈ ਲੈਬ ਵਰਕ, ਬਲੱਡ ਵਰਕ ਕਰਵਾਉਣਾ ਉਹ ਹੁੰਦਾ ਹੈ। ਹਸਪੀਟਲਾਈਜੇਸ਼ਨ ਜੇ ਐਮਰਜੈਂਸੀ ਤੁਹਾਨੂੰ ਜਾਣਾ ਪਏ, ਤੇ ਕਈ ਕੰਪਨੀਆਂ ਤਾਂ ਡਾਇਰੈਕਟ ਬਿਲਿੰਗ ਕਰਦੀ ਹੈ। ਸੋ ਉਹ ਦੇ ਵਿਚ ਇਜ਼ ਗੁੱਡ ਕਿ ਤੁਹਾਨੂੰ ਪੇ ਨਹੀਂ ਕਰਨਾ ਪੈਂਦਾ, ਕੰਪਨੀ ਨੇ ਡਾਇਰੈਕਟਲੀ ਹਸਪੀਟਲ ਨਾਲ ਉਹਦੇ ਵਿੱਚ ਪੇਮੈਂਟ ਦਾ ਕਰ ਲੈਣਾ ਜੋ ਵੀ ਹੈਗਾ। ਤੇ ਡੈਂਟਲ ਇੱਦਾਂ ਹੁੰਦਾ ਹੈ ਕਿ ਜੇ ਕੋਈ ਐਕਸੀਡੈਂਟਲ ਐਮਰਜੈਂਸੀ ਡੈਂਟਲ ਹੈਗਾ, ਨਾਟ ਲਾਈਕ ਆਪਾਂ ਚੈੱਕਅਪ ਕਰਾ ਲਈਏ, ਕਲੀਨਿੰਗ ਕਰਾ ਲਈਏ, ਇੱਦਾਂ ਨਹੀਂ, ਬਟ ਹਾਂਜੀ ਕੋਈ ਐਕਸੀਡੈਂਟਲ ਡੈਂਟਲ ਪ੍ਰੋਬਲਮ ਹੁੰਦੀ ਹੈ ਉਹ ਜ਼ਰੂਰ ਕਵਰ ਹੁੰਦੀ ਹੈ।
ਓਕੇ, ਸੋ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਇੱਕ 90 ਦਿਨਾਂ ਵਾਲੀ ਵਿਜ਼ਟਰ ਦੀ ਇੰਸ਼ੋਰੈਂਸ, ਉਹਦੇ ਬਾਰੇ ਥੋੜਾ ਡਿਸਕ੍ਰਾਈਬ ਕਰੋ ਕਿੱਦਾਂ ਦੀ ਕੀ 90 ਡੇ ਜਿਹੜੀ ਨਿਊ ਇਮੀਗ੍ਰੈਂਟਸ ਲਈ ਹੁੰਦੀ ਹੈ ਇੰਸ਼ੋਰੈਂਸ, ਅਸੀਂ ਸੁਜੈਸਟ ਕਰਦੇ ਹਾਂ ਜਦੋਂ ਤੁਸੀਂ ਕੈਨੇਡਾ ਵਿੱਚ ontario 'ਚ ਇਮੀਗ੍ਰੇਟ ਕਰਦੇ ਹੋ 3 ਮੰਥਸ ਲਈ ਤੁਹਾਨੂੰ ਕਾਰਡ ਨਹੀਂ ਮਿਲਦਾ ਜਿਹੜਾ ਹੈਲਥ ਕਾਰਡ ਹੁੰਦਾ ਐਜ਼ ਅ PR ਜਦੋਂ ਤੁਸੀਂ ਇੱਥੇ ਲੈਂਡ ਕਰਦੇ ਹੋ। ਸੋ ਦੈਟ ਮੀਨਸ ਤੁਸੀਂ ਜਦੋਂ ਕਿਸੇ ਡਾਕਟਰ ਨੂੰ ਦਿਖਾਣਾ ਹੈ, ਹਸਪੀਟਲ ਜਾਣਾ ਹੈ, ਤੁਹਾਨੂੰ ਆਪਣੀ ਪਾਕਟ 'ਚੋਂ ਪੇ ਕਰਨਾ ਪੈਣਾ। ਸੋ ਅਸੀਂ ਸੁਜੈਸਟ ਕਰਦੇ ਹਾਂ ਕਿ ਤੁਸੀਂ ਉਹ ਇੰਸ਼ੋਰੈਂਸ ਲਓ ਸਾਡੇ ਤੋਂ, ਕਿਉਂਕਿ ਉਹ ਹੁੰਦੀ ਵੀ ਅਫੋਰਡੇਬਲ ਹੈ ਤੇ ਤੁਸੀਂ ਉਹਨੂੰ ਜਦੋਂ ਤੁਹਾਡਾ ਕਾਰਡ ਆ ਗਿਆ ਤੁਸੀਂ ਇਹਨੂੰ ਕੈਂਸਲ ਵੀ ਕਰਵਾ ਸਕਦੇ ਹੋ, ਤੁਹਾਡਾ ਜੋ ਕੋਈ ਰੀਫੰਡ ਬਣਦਾ ਉਹ ਵੀ ਤੁਹਾਨੂੰ ਮਿਲ ਜਾਂਦਾ ਹੈ ਤੇ ਤੁਹਾਨੂੰ ਸਾਰੇ ਬੈਨੀਫਿਟਸ ਮਿਲ ਜਾਂਦੇ। ਤੁਹਾਨੂੰ ਡਾਕਟਰਸ ਵਿਜ਼ਿਟ ਮਿਲ ਜਾਂਦੀ ਹੈ, ਹਸਪੀਟਲਾਈਜੇਸ਼ਨ, ਪ੍ਰੈਕਟੀਸ਼ਨਰ, ਕੋਈ ਵੀ ਲੈਬ ਵਰਕ, ਬਲੱਡ ਵਰਕ, ਐਕਸ-ਰੇ ਕਰਵਾਉਣਾ ਹੋਵੇ, ਉਹ ਸਾਰਾ ਕੁਝ ਤੁਹਾਡਾ ਹੋ ਜਾਂਦਾ। ਜੇ ਆਪਾਂ ਹੁਣ ਗੱਲਬਾਤ ਕਰੀਏ ਫਿਜ਼ੀਕਲ ਡਿਸੇਬਿਲਿਟੀ ਐਂਡ ਕ੍ਰਿਟੀਕਲ ਇਲਨੈਸ ਦੇ ਬਾਰੇ, ਸੋ ਇਹਦੇ ਵਿੱਚ ਕੀ ਕਵਰ ਹੁੰਦਾ ਤੇ ਕਿੰਨਾ ਉਹਨੂੰ ਮੰਥਲੀ ਪੇ ਕਰਨਾ ਪੈ ਸਕਦਾ? ਹਾਂਜੀ, ਜਿਹੜੀ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ ਉਹ ਵੀ ਕਾਫੀ ਇੰਪੋਰਟੈਂਟ ਹੁੰਦੀ ਹੈ। ਕਈ ਲੋਕੀ ਲਾਈਫ ਇੰਸ਼ੋਰੈਂਸ ਦੇ ਨਾਲ ਹੀ ਉਹਨੂੰ ਐਜ਼ ਅ ਕੰਬੋ ਪੈਕੇਜ ਲੈ ਲੈਂਦੇ ਆ, ਤੁਸੀਂ ਉਹਨੂੰ ਸੈਪਰੇਟਲੀ ਵੀ ਲੈ ਸਕਦੇ ਹੋ, ਬਟ ਅਸੀਂ ਆਲਵੇਜ਼ ਰეკਮੈਂਡ ਕਰਦੇ ਹਾਂ ਕਿ ਤੁਸੀਂ ਜ਼ਰੂਰ ਲਵੋ ਜੇ ਤੁਸੀਂ ਸੋਲ ਅਰਨਰ ਆਫ ਦ ਫੈਮਿਲੀ ਹੈਗੇ ਹੋ, ਤੁਹਾਡੇ ਉੱਪਰ ਜ਼ਿੰਮੇਵਾਰੀਆਂ ਹੈਗੀ ਹੈ। ਸੋ ਜੇ ਤੁਹਾਨੂੰ ਡਿਸੇਬਿਲਿਟੀ ਹੋ ਜਾਂਦੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈ, ਉਹਦੇ ਵਿੱਚ 25 ਇਲਨੈਸਿਸ ਇਨਕਲੂਡਡ ਹੁੰਦੀਆਂ ਨੇ। ਸੋ ਕੋਈ ਰੈਸਪੀਰੇਟਰੀ ਪ੍ਰੋਬਲਮ ਹੋ ਗਈ, ਅਲਜ਼ਾਈਮਰਸ ਹੋ ਗਿਆ, ਇਦਾਂ ਦੀ ਕੋਈ ਵੀ ਪ੍ਰੋਬਲਮ ਹੋ ਗਈ, ਮਤਲਬ ਕੰਮ ਕਰਦੇ ਤਾਂ ਕੋਈ ਸੱਟ ਲੱਗ ਜਾਂਦੀ। ਹਾਂਜੀ ਹਾਂਜੀ ਬਿਲਕੁਲ। ਤੇ ਦੋਨਾਂ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਡਿਸੇਬਿਲਿਟੀ ਕਹਿ ਲਓ ਕਿ ਜੇ ਤੁਹਾਨੂੰ ਸੱਟ ਲੱਗੀ ਤੇ ਤੁਸੀਂ ਕੰਮ ਤੇ ਵਾਪਸ ਨਹੀਂ ਜਾ ਸਕਦੇ, ਦੋਨਾਂ ਦਾ ਕਹਿ ਲਓ ਕਿ ਇੱਕ ਤਰੀਕੇ ਦਾ ਹੀ ਹੁੰਦਾ ਹੈ ਰੋਲ। ਕ੍ਰਿਟੀਕਲ ਇਲਨੈਸ ਨੂੰ ਆਪਾਂ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਵੀ ਕਹਿ ਦਿੰਦੇ ਆ, ਜਿੱਦਾਂ ਕਿ ਤੁਹਾਡੀ ਫੈਮਿਲੀ 'ਚ ਜਿਹੜਾ ਵੀ ਸੋਲ ਬ੍ਰੈਡ ਓਨਰ ਹੈਗਾ, ਲਾਈਕ ਕਹਿ ਲਓ ਕਿ ਮੇਲ ਆਫ ਦ ਫੈਮਿਲੀ ਹੈ ਤੇ ਉਹ ਕ੍ਰਿਟੀਕਲੀ ਇਲ ਹੋ ਗਏ ਨੇ ਤੇ ਉਹਨਾਂ ਨੂੰ ਮਤਲਬ ਕਮਾਊ ਇੱਕ ਜਣੇ ਹੀ ਕਰ ਤੋਂ ਇਦਾਂ ਕਹਿ ਸਕਦੇ ਆਪਾਂ, ਤੇ ਉਹਨਾਂ ਨੂੰ ਕ੍ਰਿਟੀਕਲ ਕੋਈ ਪ੍ਰੋਬਲਮ ਹੋ ਗਈ ਹੈ ਤੇ ਉਹਨਾਂ ਨੂੰ ਟ੍ਰੀਟਮੈਂਟ ਕਰਾਉਣੀ ਪੈਣੀ ਹੈ। ਸੋ ਆਬਵੀਅਸਲੀ ਉਹ ਕੰਮ ਤੇ ਨਹੀਂ ਜਾ ਸਕਦੇ, ਠੀਕ ਹੈ, ਤੇ ਜੇ ਉਹ ਕੰਮ ਤੇ ਨਹੀਂ ਜਾ ਸਕਦੇ, ਉਹ ਘਰੇ ਆ, ਉਹਨਾਂ ਦੀ ਟੇਕ ਕੇਅਰ ਲਈ ਕਿਸੇ ਇੱਕ ਬੰਦੇ ਨੂੰ ਵੀ ਰਹਿਣਾ ਪੈਣਾ। ਸੋ ਤੁਹਾਡਾ ਕਹਿ ਲਓ ਕਿ ਤੁਹਾਡੀ ਇਨਕਮ ਅਫੈਕਟ ਹੋ ਰਹੀ ਹੈ, ਠੀਕ ਹੈ। ਸੋ ਉਹਦੇ ਵਿੱਚ ਤੁਹਾਡੀ ਕ੍ਰਿਟੀਕਲ ਇਲਨੈਸ ਤੁਹਾਨੂੰ ਹੈਲਪ ਕਰਦੀ ਹੈ। ਤੇ ਅੱਜ ਕੱਲ੍ਹ ਕੈਨੇਡਾ ਵਿੱਚ ਕਹਿ ਲਓ ਕਿ ਹਰ ਚੀਜ਼ ਦਾ ਡਿਲੇ ਹੋ ਰਿਹਾ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਪਰਸਨਲੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉਹ ਡਾਇਗਨੋਸ ਹੋਏ ਫॉर ਕੈਂਸਰ, ਤੇ ਉਹਨਾਂ ਨੂੰ ਕਿਹਾ ਕਿ 6 ਮੰਥਸ ਵੇਟ ਕਰੋ ਕਿਸੇ ਵੀ ਤਰ੍ਹਾਂ ਦੀ ਟ੍ਰੀਟਮੈਂਟ ਲਈ। ਉਹਨਾਂ ਨੂੰ ਕੈਂਸਰ ਡਾਇਗਨੋਸ ਹੋਇਆ। ਸੋ ਤੁਸੀਂ ਵੇਟ ਕਿਉਂ ਕਰੋਗੇ? ਤੁਹਾਨੂੰ ਇਮੀਡੀਏਟ ਅਟੈਂਸ਼ਨ ਚਾਹੀਦੀ ਹੈ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜੇ ਤੁਸੀਂ ਕੈਨੇਡਾ ਵਿੱਚ ਲੈ ਰਹੇ ਹੋ, ਜੇ ਤੁਹਾਨੂੰ ਕੈਨੇਡਾ ਵਿੱਚ ਵੇਟਿੰਗ ਪੈ ਰਹੀ ਹੈ, ਤੁਸੀਂ US ਜਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ, ਇੰਡੀਆ ਜਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ। ਤੁਹਾਡੀ ਇਹ ਇੰਸ਼ੋਰੈਂਸ ਉੱਥੇ ਵੀ ਐਪਲੀਕੇਬਲ ਹੈਗੀ ਹੈ। ਜਿੱਥੇ ਵੇਟਿੰਗ ਬਿਲਕੁਲ ਵੀ ਨਹੀਂ ਹੈਗੀ, ਤੁਸੀਂ ਅਪਾਇੰਟਮੈਂਟ ਬੁੱਕ ਕਰੋ ਤੇ ਆਪਣੀ ਟ੍ਰੀਟਮੈਂਟ ਸਟਾਰਟ ਕਰੋ। ਤੁਹਾਡੇ ਕੋਲ ਪੈਸੇ ਦੀ ਵੀ ਕਮੀ ਨਹੀਂ ਹੈ, ਤੁਹਾਨੂੰ ਕੰਪਨੀ ਨੇ ਪੈਸੇ ਦੇਣੇ ਆ, ਰਾਈਟ। ਤੇ ਡਿਸੇਬਿਲਿਟੀ ਦੇ ਵਿੱਚ ਵੀ ਸੇਮ ਹੁੰਦਾ ਹੈ। ਡਿਸੇਬਿਲਿਟੀ ਅੱਜ ਕੱਲ੍ਹ ਕਾਫੀ ਫਲੈਕਸੀਬਿਲਿਟੀ ਹੋ ਗਈ ਹੈ। ਇੰਸ਼ੋਰੈਂਸ ਕੰਪਨੀ ਨੇ ਫਲੈਕਸੀਬਿਲਿਟੀ ਇਹ ਕੀਤੀ ਹੈ ਕਿ ਜਦੋਂ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈ ਰਹੇ ਹੋ, ਉਹਦੇ ਵਿੱਚ ਉਹਨਾਂ ਨੇ ਮਨੀ ਬੈਕ ਪ੍ਰੀਮੀਅਮ ਸ਼ੁਰੂ ਕਰਤਾ ਹੈ। ਸੋ ਬੇਸਿਕਲੀ ਜੇ ਤੁਸੀਂ ਕੁਛ ਕਹਿ ਲਓ ਕਿ 20 ਇਅਰਸ ਲਈ ਡਿਸੇਬਿਲਿਟੀ ਆਪਣੀ ਲਈ ਸੀਗੀ, ਤੁਸੀਂ ਕੋਈ ਕਲੇਮ ਨਹੀਂ ਪਾਇਆ, ਤੁਹਾਡਾ ਟਰਮ ਡਨ ਹੋ ਗਿਆ, ਤੁਹਾਨੂੰ ਮਨੀ ਬੈਕ ਮਿਲ ਜਾਂਦਾ ਹੈ ਜਿਹੜਾ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ ਹੁੰਦਾ। ਸੋ ਕਾਫੀ ਫਲੈਕਸੀਬਿਲਿਟੀ ਹੁੰਦੀ ਹੈ। ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੌਰਗੇਜ ਇੰਸ਼ੋਰੈਂਸ ਬਾਰੇ, ਸਪੋਜ਼ ਕਰੋ ਕਿ ਜਿਵੇਂ ਆਪਾਂ ਹੁਣ ਗੱਲ ਕਰਕੇ ਹਟੇ ਆ ਕ੍ਰਿਟੀਕਲ ਇਲਨੈਸ ਬਾਰੇ, ਰਾਈਟ, ਤੇ ਕੋਈ ਪਰਿਵਾਰ ਦਾ ਕਮਾਊ ਇੱਕ ਜੀ ਆ, ਉਹਨੇ ਮੌਰਗੇਜ ਭਰਨੀ, ਉਹਨੂੰ ਸੱਟ ਲੱਗ ਗਈ, ਰਾਈਟ। ਹੁਣ ਮੌਰਗੇਜ ਜਿਹੜੀ ਉਹ ਕੋਈ ਪੇਮੈਂਟਾਂ ਮਿਸ ਹੋ ਗਈਆਂ ਤਾਂ ਇਹ ਹੈਗਾ ਕਿ ਬੈਂਕ ਵਾਲੇ ਜਾਂ ਤਾਂ ਪੈਨਲਟੀ ਪਾਉਣਗੇ, ਫਾਈਨ ਕਰਨਗੇ। ਫਿਰ ਅਗਰ ਮੌਰਗੇਜ ਇੰਸ਼ੋਰੈਂਸ ਸਾਡੀ ਲਈ ਹੋਵੇ ਤਾਂ ਫਿਰ ਕਿੱਦਾਂ ਉਹ ਚੀਜ਼ਾਂ ਤੋਂ ਬਚਿਆ ਜਾ ਸਕਦਾ? ਬਿਲਕੁਲ ਮੌਰਗੇਜ ਇੰਸ਼ੋਰੈਂਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਐਜ਼ ਅ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਲਵੋ ਰਾਦਰ ਦੈਨ ਜਸਟ ਮੌਰਗੇਜ ਇੰਸ਼ੋਰੈਂਸ। ਉਹਦੇ ਵਿੱਚ ਡਿਸਐਡਵਾਂਟੇਜਸ ਬਹੁਤ ਨੇ। ਪਹਿਲਾਂ ਤਾਂ ਉਹ ਜਿਹੜੀ ਮੌਰਗੇਜ ਇੰਸ਼ੋਰੈਂਸ ਤੁਸੀਂ ਬੈਂਕ ਤੋਂ ਲਈ ਹੈ ਘਰ ਲੈਣ ਤੋਂ ਬਾਅਦ, ਉਹਦਾ ਐਕਸੈਸ ਸਿਰਫ ਬੈਂਕ ਨੂੰ ਹੈ, ਉਹ ਤੁਹਾਨੂੰ ਨਹੀਂ ਐਕਸੈਸ ਮਿਲਣਾ। ਜੇ ਤੁਸੀਂ ਲਾਈਫ ਇੰਸ਼ੋਰੈਂਸ ਲੈ ਰਹੇ ਉਹਦੇ ਵਿੱਚ ਤੁਹਾਡੀ ਮੌਰਗੇਜ ਕਵਰ, ਮਤਲਬ ਇਹ ਦੋਵੇਂ ਇਕੱਠੀਆਂ ਲੈਣੀਆਂ ਪੈਣਗੀਆਂ ਲਾਈਫ ਇੰਸ਼ੋਰੈਂਸ ਤੇ? ਇਹ ਲਾਈਫ ਇੰਸ਼ੋਰੈਂਸ ਹੈ, ਉਹਨੂੰ ਮੌਰਗੇਜ ਇੰਸ਼ੋਰੈਂਸ ਹੀ ਕਹਿੰਦੇ ਆ ਅਸੀਂ। ਹਾਂਜੀ, ਜੇ ਤੁਸੀਂ ਲਾਈਫ ਇੰਸ਼ੋਰੈਂਸ ਲੈ ਰਹੇ ਹੋ, ਲੈਟਸ ਸੇ ਤੁਹਾਡੀ ਘਰ ਦੀ ਵੈਲਿਊ ਹੈਗੀ 5 ਲੱਖ, ਤੁਸੀਂ ਲਾਈਫ ਇੰਸ਼ੋਰੈਂਸ ਲਈ ਹੈ 8 ਲੱਖ ਦੀ, ਕੱਲ ਨੂੰ ਗॉड ਫॉरबिड ਕੋਈ ਡੈਥ ਹੋ ਜਾਂਦੀ ਹੈ, ਬੈਨੀਫਿਸ਼ਰੀ ਨੂੰ ਜਿਹੜਾ ਬੈਨੀਫਿਟ ਮਿਲੂਗਾ ਉਹ 8 ਲੱਖ ਦਾ ਬੈਨੀਫਿਟ ਮਿਲੂਗਾ। ਉਸ 8 ਲੱਖ ਚੋਂ ਬੈਨੀਫਿਸ਼ਰੀ ਨੇ ਡਿਸਾਈਡ ਕਰਨਾ ਹੈ ਕਿ ਮੈਂ 5 ਲੱਖ ਆਪਣੀ ਮੌਰਗੇਜ ਪੇ ਕਰਾਂ, ਐਂਡ ਸਟਿਲ ਤੁਹਾਡੇ ਕੋਲ ਬਾਕੀ ਦਾ ਪੈਸਾ ਵੀ ਹੈਗਾ। ਜਦ ਕਿ ਤੁਸੀਂ ਬੈਂਕ ਤੋਂ ਲੈਂਦੇ ਹੋ ਮੌਰਗੇਜ ਇੰਸ਼ੋਰੈਂਸ, ਉਹਦੇ ਵਿੱਚ ਬੈਂਕ ਨੇ ਰਾਈਟ ਅਵੇ ਉਹ ਪੈਸਾ ਲੈ ਲੈਣਾ ਜਿਹੜੀ ਇੰਸ਼ੋਰੈਂਸ ਤੁਸੀਂ ਲਈ ਹੋਈ ਹੈ, ਠੀਕ ਹੈ, ਤੁਹਾਨੂੰ ਕੁਝ ਨਹੀਂ ਮਿਲਣਾ।
ਤੁਹਾਡੇ ਅਕੋਰਡਿੰਗ ਬੈਂਕ ਤੋਂ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਮੌਰਗੇਜ ਜਾਂ ਫਿਰ ਪ੍ਰਾਈਵੇਟ ਬ੍ਰੋਕਰ? ਪ੍ਰਾਈਵੇਟ, ਬਿਲਕੁਲ 100% ਪ੍ਰਾਈਵੇਟ। ਤੁਹਾਨੂੰ ਫਲੈਕਸੀਬਿਲਿਟੀ, ਉਹ ਤੁਹਾਡਾ ਮਨੀ, ਤੁਸੀਂ ਜਿਵੇਂ ਮਰਜ਼ੀ ਉਹਨੂੰ ਯੂਜ਼ ਕਰੋ। ਤੁਸੀਂ ਬੈਨੀਫਿਸ਼ਰੀ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰਨਾ ਚਾਹੁੰਦੇ ਕਰੋ। ਬੈਂਕ ਇੰਸ਼ੋਰੈਂਸ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੈ ਮੌਰਗੇਜ ਇੰਸ਼ੋਰੈਂਸ, ਉਹ ਜਿੰਨੇ ਟਰਮ ਲਿਆ ਉਨੇ ਟਰਮ ਲਈ। ਸੋ 25 ਇਅਰਸ ਦਾ ਟਰਮ ਹੁੰਦਾ ਮੌਰਗੇਜ ਦਾ, ਉਨੇ ਟਰਮ 'ਚ ਉਹ ਡਨ ਹੋ ਗਈ। ਬਟ ਲਾਈਫ ਇੰਸ਼ੋਰੈਂਸ ਤੁਸੀਂ ਆਪਣੀ ਏਜ 65 ਤੱਕ ਲਓ, ਐਂਡ ਪ੍ਰੀਮੀਅਮ ਦਾ ਕੋਈ ਫਰਕ ਨਹੀਂ ਹੈਗਾ। ਜਿੰਨਾ ਪ੍ਰੀਮੀਅਮ ਤੁਸੀਂ ਕੱਲੀ ਮੌਰਗੇਜ ਇੰਸ਼ੋਰੈਂਸ ਦਾ ਪੇ ਕਰਨਾ ਹੈ ਬੈਂਕ ਨੂੰ, ਉਹੀ ਸੇਮ ਪ੍ਰੀਮੀਅਮ, ਮੇ ਵੀ ਥੋੜਾ ਐਕਸਟਰਾ ਜ਼ਿਆਦਾ, ਤੁਸੀਂ ਮਿਲੀਅਨ ਦੀ ਆਪਣੀ ਲਾਈਫ ਇੰਸ਼ੋਰੈਂਸ ਲੈ ਕੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਵੀ ਲੈ ਲਈ, ਤੁਹਾਡੀ ਫੈਮਿਲੀ ਵੀ ਪ੍ਰੋਟੈਕਟ ਹੋ ਗਈ, ਤੁਹਾਡਾ ਘਰ ਵੀ ਪ੍ਰੋਟੈਕਟ ਹੋ ਗਿਆ, ਤੇ ਉਹ ਸਾਰਾ ਮਨੀ ਦਾ ਐਕਸੈਸ ਤੁਹਾਨੂੰ ਮਿਲੂਗਾ, ਨਾ ਕਿ ਬੈਂਕ ਨੂੰ ਮਿਲੂਗਾ। ਜਿਵੇਂ ਆਪਾਂ ਹੁਣ ਅਲੱਗ-ਅਲੱਗ ਇੰਸ਼ੋਰੈਂਸਾਂ ਬਾਰੇ ਗੱਲ ਕਰਕੇ ਹਟੇ ਆ, ਤੇ ਜਦੋਂ ਵੀ ਆਪਾਂ ਕੋਈ ਇੰਸ਼ੋਰੈਂਸ ਲੈਂਦੇ ਆ, ਕੰਟਰੈਕਟ ਸਾਈਨ ਕਰਦੇ, ਜਿਵੇਂ ਤੁਹਾਡੇ ਨਾਲ 5-7 ਪੇਜਾਂ ਦਾ ਕੰਟਰੈਕਟ ਹੋਊਗਾ, ਰਾਈਟ? ਇੰਨਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਪੜ੍ਹਨ ਦਾ ਕੀ ਕੁਝ ਲਿਖਿਆ। ਅੱਜ ਇਸ ਮੀਡੀਆ ਦੇ ਜ਼ਰੀਏ ਤੁਸੀਂ 2-4 ਗੱਲਾਂ ਦੱਸੋ ਜਿਹੜੀਆਂ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਸਲ ਦੇ ਵਿੱਚ? ਬਿਲਕੁਲ, ਲਾਈਫ ਇੰਸ਼ੋਰੈਂਸ ਦੇ ਵਿੱਚ ਆਪਾਂ ਸਭ ਤੋਂ ਇੰਪੋਰਟੈਂਟ ਅਸੀਂ ਇਹ ਦੇਖਣਾ ਹੈ ਕਿ ਅਸੀਂ ਕਵਰੇਜ ਐਡਿਕੁਏਟ ਲੈ ਰਹੇ ਹਾਂ। ਅਸੀਂ ਅੰਡਰ ਕਵਰ ਵੀ ਨਹੀਂ ਹੋਣਾ ਚਾਹੁੰਦੇ ਤੇ ਅਸੀਂ ਓਵਰ ਕਵਰ ਵੀ ਨਹੀਂ ਹੋਣਾ ਚਾਹੁੰਦੇ, ਰਾਈਟ? ਤੇ ਸਾਨੂੰ ਬੇਸਿਕਲੀ ਅਸੀਂ ਕਿੱਦਾਂ ਕਰਦੇ ਹਾਂ, ਅਸੀਂ ਨੀਡ ਐਨਾਲਿਸਿਸ ਰਨ ਕਰਦੇ ਹਾਂ। ਤੁਹਾਡੀ ਫੈਮਿਲੀ ਨਾਲ ਅਸੀਂ ਬਹਿ ਕੇ ਸਾਰੀ ਡਿਸਕਸ਼ਨ ਕਰਦੇ ਹਾਂ ਕਿ ਤੁਹਾਡੀ ਡੈਥਸ ਕਿੰਨੇ ਨੇ, ਲੋਨਸ ਕਿੰਨੇ ਨੇ, ਤੁਹਾਡੀ ਘਰ ਦੀ ਵੈਲਿਊ ਕਿੰਨੀ ਆ। ਉਹ ਸਾਰਾ ਕੁਝ ਕੈਲਕੂਲੇਟ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੰਨੇ ਦੀ ਤੁਹਾਨੂੰ ਕਵਰੇਜ ਲੈਣੀ ਚਾਹੀਦੀ ਹੈ। ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿੰਨੇ ਟਰਮਸ ਲਈ ਲੈਣੀ ਚਾਹੀਦੀ ਹੈ, ਕਿ ਜਿੰਨੇ ਟਰਮ ਲਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਾਈਨੈਂਸ਼ੀਅਲੀ ਓਬਲੀਗੇਟਡ ਹੈਗੇ ਹੋ, ਤੁਹਾਨੂੰ ਰਿਸਕ ਹੈਗਾ ਸਭ ਤੋਂ ਜ਼ਿਆਦਾ, ਜੋ ਕਿ ਆਈ ਗੈਸ ਆਪਣੀ ਜਿਹੜੀ ਕਹਿ ਲਓ ਕਿ 25 ਤੋਂ 65 ਦੀ ਏਜ ਹੁੰਦੀ ਹੈ, ਉਹ ਸਭ ਤੋਂ ਕ੍ਰੂਸ਼ਲ ਏਜ ਹੈ, ਜਦੋਂ ਆਪਣੇ ਉੱਪਰ ਸਾਰੇ ਓਬਲੀਗੇਸ਼ਨਸ ਹੁੰਦੇ ਨੇ, ਬੱਚਿਆਂ ਦੀ ਸਟੱਡੀਜ਼, ਘਰ ਦੇ ਖਰਚੇ, ਸਾਰਾ ਕੁਝ, ਬਿਲਸ ਵਗੈਰਾ। ਸੋ ਉਹ ਤੁਸੀਂ ਦੇਖਣਾ ਹੈ। ਦੂਜਾ ਤੁਸੀਂ ਦੇਖਣਾ ਹੈ ਕਿ ਤੁਸੀਂ ਲਾਈਫ ਇੰਸ਼ੋਰੈਂਸ ਨੂੰ ਯੰਗ ਏਜ 'ਚ ਲਓ, ਜਦੋਂ ਤੁਸੀਂ ਹੈਲਦੀ ਹੋ, ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈਗੀ। ਉਹਦਾ ਬੈਨੀਫਿਟ ਇਹ ਹੁੰਦਾ ਕਿ ਤੁਸੀਂ ਬਹੁਤ ਘੱਟ ਪ੍ਰੀਮੀਅਮ ਪੇ ਕਰਦੇ ਹੋ। ਜਿੰਨੀ अर्ਲੀ ਤੁਸੀਂ ਸਟਾਰਟ ਕਰੋਗੇ ਉਨਾ ਘੱਟ ਤੁਸੀਂ ਪੇ ਕਰੋਗੇ। ਮੰਨ ਲਓ 1 ਸਾਲ ਦਾ ਬੱਚਾ, 2 ਸਾਲ ਦਾ ਬੱਚਾ, ਉਹਦੀ ਫਿਰ ਅਰਾਊਂਡ ਤੁਹਾਡੇ ਅਕੋਰਡਿੰਗ ਕਿੰਨੀ ਕੁ ਲਾਈਫ ਇੰਸ਼ੋਰੈਂਸ ਉਹਦੀ ਲੈਣੀ ਹੋਵੇ? ਉਹਦੀ ਵੀ ਟਰਮ ਹੋਊਗੀ ਜਾਂ ਹੋਲ ਹੋਊਗੀ ਉਹਦੀ? ਨਹੀਂ, ਬੱਚਿਆਂ ਲਈ ਤਾਂ ਆਪਾਂ ਹੋਲ ਲਾਈਫ ਇੰਸ਼ੋਰੈਂਸ ਵੀ ਕਰਵਾ ਸਕਦੇ ਹਾਂ, ਟਰਮ ਵੀ ਕਰਵਾ ਸਕਦੇ ਹਾਂ। ਮਤਲਬ ਦੂਜਿਆਂ ਨਾਲੋਂ ਉਹਦੀ ਜਿਹੜੀ ਅਮਾਉਂਟ ਪਰ ਮੰਥਲੀ ਬਹੁਤ ਜ਼ਿਆਦਾ ਘੱਟ ਹੋਊਗੀ। ਹਾਂਜੀ, ਬਿਲਕੁਲ। ਐਂਡ ਹੋਲ ਲਾਈਫ ਇੰਸ਼ੋਰੈਂਸ ਕਹਿ ਲਓ ਕਿ ਕਾਈਂਡ ਆਫ ਇਨਵੈਸਟਮੈਂਟ ਪ੍ਰੋਡਕਟ ਹੈਗਾ। ਉਹਦੇ ਵਿੱਚ ਟਰਮਸ ਹੁੰਦੀਆਂ ਨੇ, ਤੇ 10 ਔਰ 20 ਤੁਸੀਂ ਡਿਸਾਈਡ ਕਰਨਾ। ਤੁਸੀਂ ਪ੍ਰੀਮੀਅਮ ਸਿਰਫ ਉਹਨੇ ਟਾਈਮ ਲਈ ਪੇ ਕਰਨਾ, ਬਟ ਕਵਰੇਜ ਤੁਹਾਡੀ ਥਰੂ ਆਊਟ ਦ ਲਾਈਫ ਰਹਿੰਦੀ ਹੈ। ਹਾਂਜੀ, ਜਿਵੇਂ ਹੁਣ ਕਾਫੀ ਇੰਸ਼ੋਰੈਂਸਾਂ ਬਾਰੇ ਆਪਾਂ ਗੱਲਬਾਤ ਕੀਤੀ ਹੈ। ਸਪੋਜ਼ ਕਰੋ ਕਿ ਮੈਂ ਤੁਹਾਡੇ ਤੋਂ ਇੰਸ਼ੋਰੈਂਸ ਲਈ ਆ, ਕੱਲ ਨੂੰ ਤੁਸੀਂ ਆਪਣਾ ਕਰੀਅਰ ਚੇਂਜ ਕਰ ਦੋ, ਹੋਰ ਫੀਲਡ 'ਚ ਚਲੇ ਜਾਓ, ਫਿਰ ਅਸੀਂ ਕਿਹਦਾ ਦਰਵਾਜ਼ਾ ਜਾ ਕੇ ਖੜਕਾਵਾਂਗੇ? ਮਤਲਬ ਕਲੇਮ ਕਿੱਦਾਂ ਕਰਾਂਗੇ? ਮੇਰੇ ਕਹਿਣ ਦਾ ਮਤਲਬ। ਹਾਂਜੀ, ਨਹੀਂ, ਬਿਲਕੁਲ ਵੈਲਿਡ ਕੁਐਸਚਨ ਹੈ ਤੁਹਾਡਾ, ਤੇ ਇਹ ਪਰਸਨਲੀ ਲੋਕਾਂ ਨਾਲ ਹੋਇਆ ਵੀ ਹੈ। ਮੈਨੂੰ ਕਾਫੀ ਲੋਕਾਂ ਨੇ ਰੀਚ ਆਊਟ ਕੀਤਾ ਕਿ ਸਾਡਾ ਐਡਵਾਈਜ਼ਰ ਆਨਸਰ ਨਹੀਂ ਕਰ ਰਿਹਾ, ਨੰਬਰ ਚੇਂਜ ਹੋ ਗਿਆ, ਆਲ ਦੈਟ। ਇੱਥੇ ਗੱਲ ਆਉਂਦੀ ਹੈ ਬ੍ਰੋਕਰੇਜ ਦੀ। ਸਾਡੀ ਬ੍ਰੋਕਰੇਜ ਹੈਗੀ ਕਾਫੀ ਪੁਰਾਣੀ, ਮੋਸਟ ਪਪੂਲਰ, ਨੰਬਰ 1 ਚੋਇਸ ਇਨ ਕੈਨੇਡਾ ਸਾਰਿਆਂ ਦੀ। ਤੇ ਜੇ ਮੈਂ ਕੱਲ ਨੂੰ ਚਲੀ ਜਾਵਾਂ ਜਾਂ ਕੋਈ ਹੋਰ ਚਲੇ ਜਾਏ, ਤੁਸੀਂ ਬ੍ਰੋਕਰੇਜ ਨੂੰ ਡਾਇਰੈਕਟਲੀ ਰੀਚ ਆਊਟ ਕਰਨਾ ਹੈ। ਸਪੈਸ਼ਲੀ ਕਲੇਮਿੰਗ ਲਈ ਸਾਡਾ ਕਲੇਮਿੰਗ ਡਿਪਾਰਟਮੈਂਟ ਹੈਗਾ। ਸਾਡੇ ਕਲੇਮਿੰਗ ਪਰਸਨ ਨੇ ਮਿਸਟਰ ਸਤਨਾਮ ਸਿੰਘ ਜੀ ਤੇ ਮਿਸ ਰੰਜਨਾ ਢਿੱਲੋਂ ਜੀ। ਇਹ ਸਾਡੇ ਕਲੇਮਿੰਗ ਡਿਪਾਰਟਮੈਂਟ ਲਈ ਰਿਸਪੌਂਸਿਬਲ ਹੈਗੇ। ਤੁਸੀਂ ਇਹਨਾਂ ਨੂੰ ਐਨੀ ਟਾਈਮ ਰੀਚ ਆਊਟ ਕਰ ਸਕਦੇ ਹੋ। ਇਹਨਾਂ ਦੇ ਨੰਬਰ ਸਾਡੇ ਵੈਬਸਾਈਟ 'ਤੇ ਅਵੇਲੇਬਲ ਹੈਗੇ। ਜੇ ਮੈਂ ਆਨਸਰ ਨਹੀਂ ਕਰ ਰਹੀ ਹਾਂ, ਤੁਸੀਂ ਡਾਇਰੈਕਟਲੀ ਉਹਨਾਂ ਨੂੰ ਰੀਚ ਆਊਟ ਕਰਨਾ ਹੈ। ਮੋਰ ਓਵਰ, ਜੇ ਤੁਸੀਂ ਸਾਡੇ ਤੋਂ ਲਾਈਫ ਇੰਸ਼ੋਰੈਂਸ ਨਹੀਂ ਵੀ ਕਰਵਾਈ ਹੈ ਤੇ ਤੁਹਾਨੂੰ ਕਲੇਮਿੰਗ 'ਚ ਹੈਲਪ ਚਾਹੀਦੀ, ਤੁਸੀਂ ਕਿਸੇ ਹੋਰ ਤੋਂ ਕਰਾਈ, ਉਹ ਬੰਦਾ ਫੋਨ ਨਹੀਂ ਆਨਸਰ, ਅਸੀਂ ਤੁਹਾਡੀ ਹੈਲਪ ਕਰਾਂਗੇ। ਸਾਡਾ ਕੰਮ ਹੀ ਇਹੀ ਹੈ। ਅਸੀਂ ਇੱਥੇ ਹੈਲਪ ਕਰਨ ਲਈ ਹੈਗੇ ਕਮਿਊਨਿਟੀ ਦੀ। ਅਸੀਂ ਸਾਲਾਂ ਤੋਂ ਕਰ ਰਹੇ ਹਾਂ ਤਾਂ ਅੱਗੇ ਵੀ ਕਰਾਂਗੇ। ਤੁਹਾਨੂੰ ਐਨੀ ਟਾਈਮ ਕਲੇਮਿੰਗ ਦੀ ਹੈਲਪ ਚਾਹੀਦੀ ਹੈ, ਮੈਨੂੰ ਫੋਨ ਕਰੋ, ਸਾਡੇ ਜਿਹੜੇ ਕਲੇਮਿੰਗ ਡਿਪਾਰਟਮੈਂਟ ਉਹਨੂੰ ਫੋਨ ਕਰੋ। ਤੇ ਜਿਵੇਂ ਤੁਸੀਂ ਕਹੇ ਕਿ ਅਗਰ ਤੁਹਾਡੇ ਤੋਂ ਇੰਸ਼ੋਰੈਂਸ ਲੈਣੀ ਹੋਵੇ ਕਿਸੇ ਨੇ, ਤੁਸੀਂ ਆਪਣਾ ਇਸ ਮੀਡੀਆ ਦੇ ਜ਼ਰੀਏ ਆਪਣਾ ਕੰਟੈਕਟ ਨੰਬਰ, ਆਪਣਾ ਐਡਰੈਸ ਦੱਸ ਸਕਦੇ ਹੋ? ਹਾਂਜੀ। ਤੇ ਤਾਂ ਜੋ ਜਿਹਨੇ ਵੀ ਇਹ ਵੀਡੀਓ ਸੁਣੀ ਆ, ਕਿਸੇ ਨੂੰ ਲੱਗਿਆ ਹੋਵੇ ਵੀ ਚੰਗੀਆਂ ਗੱਲਾਂ ਨੇ, ਸਾਨੂੰ ਸ਼ਾਇਦ ਇਹ ਲੈਣੀ ਚਾਹੀਦੀ ਇੰਸ਼ੋਰੈਂਸ, ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ। ਬਿਲਕੁਲ, ਤੁਸੀਂ ਜ਼ਰੂਰ ਆਪਣਾ ਐਡਰੈਸ। ਬਿਲਕੁਲ ਜੀ, ਮੇਰਾ ਨਾਮ ਹੈਗਾ ਇੰਦਰਜੀਤ ਕੌਰ ਤੇ ਮੇਰੇ ਆਫਿਸ ਹੈ ਆਟਵਾ ਵਿੱਚ। ਮੈਂ ਬ੍ਰਾਂਚ ਮੈਨੇਜਰ ਹਾਂ ਆਪਣੀ ਆਫਿਸ ਦੀ। ਸਾਡੀ ਆਫਿਸ ਹੈਗੀ ਹੈ ਵੁਡਰੂਫ ਐਂਡ ਮੈਡੋਲੈਂਡਸ ਦੇ ਕਾਰਨਰ ਵਿੱਚ, 1433 ਯੂਨਿਟ B, ਵੁਡਰੂਫ ਐਵੇਨਿਊ। ਮੇਰਾ ਫੋਨ ਨੰਬਰ ਹੈ 6136685353। ਈਮੇਲ ਇੰਦਰਜੀਤ, my first name, @punjabinsurance.ca। ਤੁਸੀਂ ਮੈਨੂੰ ਕਿਸੇ ਵੀ ਟਾਈਮ ਰੀਚ ਆਊਟ ਕਰ ਸਕਦੇ ਹੋ। I'm just a call away, anytime, 24 hours a day, 7 days a week। ਅਸੀਂ always available ਹੈ। ਸਾਡੀ brokerage always available ਹੈਗੀ ਹੈ। Like I said, ਅਸੀਂ number 1 choice ਹੈ ਲੋਕਾਂ ਦੀ।
ਲੋਕੀ ਸਾਡੇ ਤੋਂ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਆ ਕਿਉਂਕਿ ਅਸੀਂ ਬੈਸਟ ਸਰਵਿਸ ਅਫੋਰਡੇਬਲ ਰੇਟਸ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ। ਸੋ ਤੁਹਾਨੂੰ ਜਦੋਂ ਵੀ ਇੰਸ਼ੋਰੈਂਸ ਚਾਹੀਦੀ, ਕੋਈ ਵੀ ਕੁਐਸਚਨ ਵੀ ਹੈਗਾ, ਕੋਟ ਵੀ ਹੈਗਾ, ਕਿਸੇ ਵੀ ਤਰ੍ਹਾਂ ਦੀ ਕੁਝ ਵੀ ਹੈਗੀ ਇੰਸ਼ੋਰੈਂਸ ਦੀ ਨੀਡ, ਤੁਸੀਂ ਮੈਨੂੰ ਰੀਚ ਆਊਟ ਕਰੋ ਐਨੀ ਟਾਈਮ। ਸੋ ਇੰਦਰਜੀਤ ਜੀ, ਅੱਜ ਆਪਾਂ ਕਾਫੀ ਇੰਸ਼ੋਰੈਂਸਾਂ ਬਾਰੇ ਗੱਲਬਾਤ ਕੀਤੀ ਹੈ। ਸੋ ਬਹੁਤ ਵਧੀਆ ਲੱਗਿਆ ਮਿਲ ਕੇ, ਆਪਾਂ ਚੰਗੀ ਇਨਫੋਰਮੇਸ਼ਨ ਦਿੱਤੀ ਹੈ ਇੱਕ ਸਟੂਡੈਂਟਾਂ ਨੂੰ, ਇੱਕ ਆਮ ਨਾਗਰਿਕ ਨੂੰ, ਕਿ ਉਹਨਾਂ ਨੂੰ ਕੀ ਬੈਨੀਫਿਟਸ ਹੋ ਸਕਦੇ ਨੇ ਅਗਰ ਆਪਣੀ ਪਾਕਟ ਦੇ ਵਿੱਚੋਂ ਐਵਰੀ ਮੰਥ ਉਹ ਕੁਝ ਕੁ ਡਾਲਰ ਜਿਹੜੇ ਪੇ ਕਰਦੇ ਨੇ। ਸੋ ਬਹੁਤ ਬਹੁਤ ਥੈਂਕ ਯੂ ਸੋ ਮਚ। ਥੈਂਕ ਯੂ ਤੁਹਾਡਾ ਅਵਤਾਰ ਜੀ, ਤੁਸੀਂ ਮੈਨੂੰ ਬੁਲਾਇਆ, ਬਹੁਤ ਵਧੀਆ ਲੱਗਾ ਐਂਡ ਆਈ ਹੋਪ ਕਿ ਅਵੇਅਰਨੈਸ ਹੋਊਗੀ ਕਮਿਊਨਿਟੀ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ। ਥੈਂਕ ਯੂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਦੋਸਤੋ, ਇਹ ਸੀਗੇ ਅੱਜ ਇੰਦਰਜੀਤ ਕੌਰ ਧਾਲੀਵਾਲ ਜੀ, ਜਿਨ੍ਹਾਂ ਨਾਲ ਆਪਾਂ ਅੱਜ ਇੰਸ਼ੋਰੈਂਸ ਬਾਰੇ ਗੱਲਬਾਤ ਕੀਤੀ ਆ। ਸੋ ਇਹਨਾਂ ਦੇ ਨਾਲ ਹੀ ਆਪਾਂ ਕੁਝ ਕੁ ਦਿਨਾਂ ਬਾਅਦ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ, ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ TFSA ਬਾਰੇ, ਮਤਲਬ ਕਿੱਦਾਂ ਅਸੀਂ ਟੈਕਸ ਫ੍ਰੀ ਸੇਵਿੰਗਾਂ ਕਰ ਸਕਦੇ ਹਾਂ, ਤੇ ਗੱਲਬਾਤ ਕਰਾਂਗੇ ਆਪਾਂ RESP ਬਾਰੇ, ਮਤਲਬ ਬੱਚਿਆਂ ਦੇ ਕਿੱਦਾਂ ਦੇ ਐਜੂਕੇਸ਼ਨ ਪਲਾਨ ਆ, ਕਿੱਦਾਂ ਅਸੀਂ ਇਨਵੈਸਟਮੈਂਟ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ ਐਜੂਕੇਸ਼ਨ +2 ਤੋਂ ਬਾਅਦ ਕਿੱਦਾਂ ਫ੍ਰੀ ਕਰਵਾ ਸਕਦੇ ਹਾਂ। ਤੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ RRSP ਬਾਰੇ, ਮਤਲਬ ਰਿਟਾਇਰਮੈਂਟ ਪਲਾਨ ਦੇ ਬਾਰੇ, ਕਿੱਦਾਂ ਜਦੋਂ ਅਸੀਂ ਬਜ਼ੁਰਗ ਹੋਣਾ, ਅਸੀਂ ਪੈਨਸ਼ਨਾਂ ਲੈਣੀਆਂ ਨੇ, ਕਿੱਦਾਂ ਆਪਾਂ ਮੰਥਲੀ ਪੇ ਕਰਕੇ ਤੇ ਉਹ ਜਿਹੜੀਆਂ ਆਪਣੇ ਫਾਇਦੇ, ਉਹ ਬੈਨੀਫਿਟਸ ਉਹ ਲੈ ਸਕਦੇ ਨੇ। ਸੋ ਥੈਂਕ ਯੂ ਸੋ ਮਚ ਇੱਕ ਵਾਰੀ ਫਿਰ, ਨਾਈਸ ਟੂ ਮੀਟ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ, ਥੈਂਕ ਯੂ।